ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਇਆ ਮੋਹ ਮਨ ਅਗਲੜਾ ਪ੍ਰਾਣੀ, ਜਰਾ ਮਰਨ ਪਉ ਵਿਸਰ ਗਿਆ। ਕੁਟੰਬ ਦੇਖ ਬਿਗਸਹਿ ਕਮਲਾ ਜਿਉ, ਪਰ ਕਰ ਜੋਹੇ ਕਪਟ ਨਰਾ। ਦੂੜਾ ਆਇਓ ਹੈ ਜਮਹਿ ਤਣਾ, ਤਿਨ ਆਗ ਲੜੈ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ। ਲੈ ਬਾਹੜੀ ਵਲਾਏ, ਮਿਲ ਮੇਰੇ ਰਾਮਈਆ। ਮੈਂ ਲੇਹ ਛਡਾਏ। ਬੀਤ ਜਹਿ ਬੀਤ ਜਹਿ ਜਨਮ ਕਾਜ ਰੇ। ਨਿਸ ਦਿਨ ਸੁਨ ਕੇ ਪ੍ਰਾਨ, ਸਮਝਤ ਨਹਿ ਰੇ ਅਜਾਨ। ਕਾਲ ਤਉ ਪਹੁੰਚਿਓ ਆਨ, ਕਹਾ ਜਹ ਪਾਜਰੇ। ਬੇਸੁਮਾਰ ਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕੰਧੀ ਉੱਤੇ ਰੁਖੜਾ, ਕਿਚਰ ਕੋ ਬੰਨੈ ਧੀਰ। ਫਰੀਦਾ ਕੱਚੇ ਭਾਂਡੇ ਰਖੀਐ, ਕਿਚਰ ਤਾਈ ਨੀਰ। ਫਰੀਦਾ ਮਹਿਲ ਨ ਸਖਣ ਰਹਿ ਗਏ, ਵਾਸਾ ਆਇਆ ਤਲ। ਗੋਰਾਂ ਸੇ ਨਿਮਾਣੀਆਂ, ਬਹਿਸਨ ਰੂਹਾਂ ਮਲ। ਆਖੀਂ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ, ਜੋ ਦਰਿਆ ਵੈ ਢਾਹ। ਅਗੈ ਦੋਜਕ ਤਪਿਆ, ਸੁਣੀਐ ਹੂਲ ਪਵੈ ਕਾਹਾ। ਇਕ ਨਾਨੋ ਸਭ ਸੋਝੀ ਆਈ, ਇਕ ਫਿਰ ਦੇਵੇ ਪਰਵਾਹ। ਅਮਲ ਜੇ ਕੀਤਿਆਂ ਦੁਨੀ ਵਿੱਚ, ਸੇ ਦਰਗਹ ਉਗਾਹ। ਫਰੀਦਾ ਦਰਿਆ ਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਝਨੋ, ਚਿੰਤੇ ਬਾਝ ਪਏ।
ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਕਿਰਪਾ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਆਧਾਰ ਨਾਲ ਅਧਿਆਤਮਿਕ ਅਭਿਆਸ ਕਰਨ ਦਾ, ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਕੇ ਪਾਤਰ ਬਣਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਦੇ ਅਵਸਰ ਨੂੰ ਗੁਰੂ ਕੀ ਕਾਰ ਕਮਾਉਣ ਦੇ ਯੋਗ ਕਰ ਰਹੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਜਿਨ੍ਹਾਂ ਦੇ ਉਚਾਰਨ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗਿਆਨ ਰੂਪ ਲਾਹਾ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੰਦੀ ਉੱਤੇ ਰੁਖੜਾ ਕਿਚਰ ਕੋ ਬੰਨੈ ਧੀਰ। ਬਾਬਾ ਫਰੀਦ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਅੱਜ ਵਾਲੇ ਸ਼ਲੋਕ ਦੇ ਵਿੱਚ ਜੀਵਨ ਦੀ ਅਸਥਿਰਤਾ ਬਾਰੇ ਸਮਝਾਉਂਦੇ ਹਨ। ਇਹ ਜਗਤ ਦਾ ਨੇਮ ਐਸਾ ਰਚਿਆ ਹੈ, ਜੋ ਕੁਝ ਇਸ ਸ੍ਰਿਸ਼ਟੀ ਦੇ ਵਿੱਚ ਉਪਜ ਰਿਹਾ ਹੈ, ਚਾਹੇ ਉਹ ਜੜ ਹੈ ਚਾਹੇ ਉਹ ਚੇਤਨ ਹੈ, ਸਭ ਕੁਝ ਉਪਜਣ ਦੇ ਨਾਲ ਹੀ ਬਿਨਸਣ ਦੀ ਸਥਿਤੀ ਦੇ ਵਿੱਚ ਵੀ ਪੈ ਜਾਂਦਾ ਹੈ। ਬਾਣੀ ਕੇ ਵਾਕ ਸਾਡੇ ਸਮਕਸ਼ ਹਨ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਦਿਕ ਹੈ ਕਾਲ। ਜੋ ਚੀਜ਼ ਜਗਤ ਵਿੱਚ ਉਪਜ ਰਹੀ ਹੈ, ਚਾਹੇ ਉਹ ਮਨੁੱਖ ਜਾਤੀ ਹੈ, ਚਾਹੇ ਬਨਸਪਤੀ ਹੈ, ਚਾਹੇ ਕੋਈ ਹੋਰ ਸਿਲਸਿਲਾ ਹੈ, ਹਰ ਇੱਕ ਰਚਨਾ ਉਪਜਣ ਦੇ ਨਾਲ ਆਪਣੇ ਬਿਨਸਣ ਦੀ ਤੋਰ ਵੱਲ ਆਪਣੇ ਆਪ ਚਲੀ ਜਾ ਰਹੀ ਹੈ। ਪਰ ਇਹ ਜਿਹੜੀ ਉਪਜਣ ਦੀ ਜਿਹੜੀ ਸਾਡੇ ਅੰਦਰ ਖਿਆਲ ਹੈ, ਉਹ ਕਦੇ ਬਿਨਸਣ ਦੀ ਸਥਿਤੀ ਨੂੰ ਪ੍ਰਵਾਨ ਨਹੀਂ ਕਰਦਾ। ਇਸ ਕਰਕੇ ਬੰਦਾ ਬੜਾ ਲੰਮਾ ਸਮਾਂ ਜਨਮ ਦਿਨ ਦਾ ਹੀ ਖਿਆਲ ਰੱਖਦਾ ਹੈ, ਮ੍ਰਿਤੂ ਦਿਨ ਦੀ ਚਰਚਾ ਉਹ ਨਹੀਂ ਨਾ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਸਾਡੇ ਜੀਵਨ ਦੀ ਜਿਹੜੀ ਅਸਥਿਰਤਾ ਹੈ ਕਿ ਕਿਸੇ ਪਲ ਵੀ ਬਿਨਸ ਸਕਦਾ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਜੀਵਨ ਵਿੱਚ ਜਿੰਨੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਉਹ ਸਾਡੇ ਨਾਲੋਂ ਕਿਸੇ ਨਾ ਕਿਸੇ ਪੱਖ ਤੋਂ ਫਿਰ ਵੀ ਉਹਨਾਂ ਦੀ ਵੈਧਤਾ ਹੈ, ਭਾਵ ਕਿ ਉਹਨਾਂ ਦੀ ਵਰਤੋਂ ਸੰਭਾਲ ਹੈ। ਅਗਰ ਉਹ ਲੰਮਾ ਸਮਾਂ ਚੱਲਦੀ ਰਹੇ ਤਾਂ ਉਹ ਚੱਲ ਜਾਂਦਾ ਹੈ, ਪਰ ਮਨੁੱਖ ਦੀ ਇੰਨੀ ਕੱਚੀ ਹੈ। ਬਾਣੀ ਦੇ ਵਿੱਚ ਵਾਕ ਹਨ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨ ਕ ਲਾਗੈ ਠਨਕਾ। ਗੰਢੇਂਦਿਆਂ ਛੇ ਮਾਹਾ ਤੁੜੰਦਿਆਂ ਹਿੱਕ ਖਿਨੋ। ਇੰਨੀ ਜ਼ਿਆਦਾ ਮਨੁੱਖ ਦੀ ਇਹ ਦੇਹ ਕੱਚੀ ਹੈ, ਭਾਵ ਕਿ ਇੰਨੀ ਅਸਥਿਰ ਹੈ। ਜਿਵੇਂ ਕੱਚ ਦਾ ਭਾਂਡਾ ਇੱਕ ਵਾਰੀ ਹੱਥੋਂ ਛੁੜਕ ਜਾਵੇ ਤਾਂ ਉਹਨੂੰ ਟੁੱਟਣ ਤੋਂ ਹੀ ਕੋਈ ਰੱਖਿਅਤ ਨਹੀਂ ਕਰ ਸਕਦਾ। ਇੰਝ ਮਨੁੱਖ ਦੀ ਪੰਜਾਂ ਤੱਤਾਂ ਦੀ ਰਚੀ ਹੋਈ ਦੇਹ ਦਾ ਵਿਧਾਨ ਹੈ। ਕਦੋਂ ਇਹਦਾ ਵਿਨਾਸ਼ ਕਾਲ ਹੋ ਜਾਵੇ ਇਹ ਨਿਸ਼ਚਿਤ ਨਹੀਂ, ਪਰ ਇਸ ਨੂੰ ਇੱਕ ਅਨੁਭਵ ਦੁਆਰਾ ਸਮਝਣ ਦੇ ਲਈ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਜੀਵਨ ਦੀ ਅਸਥਿਰਤਾ ਦਾ ਸੂਤਰ ਨਹੀਂ ਸਮਝ ਆ ਰਿਹਾ ਤਾਂ ਇੰਝ ਦੇਖੋ, ਕੰਧੀ ਉੱਤੇ ਰੁੱਖੜਾ।
ਨਦੀ ਜਿਹਦਾ ਵਹਿਣ ਬੜਾ ਤੇਜ਼ ਹੈ, ਜਿਹਦੇ ਵਿੱਚ ਨਿੱਤ ਉੱਚੀਆਂ ਤੇਜ਼ ਅਤੇ ਬਲਸ਼ਾਲੀ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਐਸੀ ਨਦੀ ਦੇ ਉੱਪਰ, ਉਹਦੇ ਬਿਲਕੁਲ ਕੰਢੇ ਦੇ ਉੱਪਰ ਰੁੱਖ ਬਣ ਕੇ ਉੱਗਿਆ ਹੋਵੇ ਕੋਈ, ਕਿੱਚਰ ਕੋ ਬੰਨੈ ਧੀਰ, ਕਿੰਨਾ ਕੁ ਚਿਰ ਉਹ ਟਿਕਿਆ ਰਹਿ ਸਕਦਾ ਹੈ। ਕੋਈ ਰੁੱਖ ਬਿਲਕੁਲ ਨਦੀ ਦੇ ਐਨ ਕਿਨਾਰੇ ਉਹਦੇ ਵਹਾਅ ਦੇ ਸਹਿਤ ਉੱਗਿਆ ਹੈ, ਕਿਤਨਾ ਕੁ ਸਮਾਂ ਉਹ ਟਿਕਿਆ ਰਹਿ ਸਕਦਾ ਹੈ। ਅਸਥਿਰਤਾ ਹੈ ਬਿਲਕੁਲ। ਅਸਥਿਰਤਾ ਦਾ ਮਤਲਬ ਅਗਰ ਉਹਦੇ ਨੇੜਿਓਂ ਜਲ ਵਹਿ ਰਿਹਾ, ਹੋ ਸਕਦਾ ਕਈ ਵਰ੍ਹੇ ਵਹਿੰਦਾ ਰਹੇ, ਪਰ ਪਤਾ ਨਹੀਂ ਕਿਸ ਦਿਨ ਕੋਈ ਲਹਿਰ ਆਏਗੀ, ਉਹ ਉਹਦੀਆਂ ਜੜ੍ਹਾਂ ਨੂੰ ਇੰਨਾ ਜ਼ਿਆਦਾ ਖੋਖਲਾ ਕਰ ਦੇਗੀ ਕਿ ਫਿਰ ਉਸ ਰੁੱਖ ਨੂੰ ਉਹਦੇ ਸਹਿਤ ਵਹਿਣਾ ਹੀ ਪਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੰਢੇ 'ਤੇ ਖਲੋਤਾ ਹੋਇਆ ਰੁੱਖ ਕਿੰਨਾ ਕੁ ਚਿਰ ਆਪਣੇ ਟਿਕੇ ਰਹਿਣ ਦੀ ਉਮੀਦ ਕਰ ਸਕਦਾ ਜਾਂ ਆਸ ਬੰਧਾ ਸਕਦਾ ਹੈ। ਇਹ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਰੂਪਕ ਦੱਸਿਆ ਹੈ। ਰੂਪਕ ਦਾ ਭਾਵ ਇਹ ਹੈ ਕਿ ਸਾਨੂੰ ਇਹਦੇ ਤੋਂ ਜੀਵਨ ਦਾ ਇੱਕ ਭੇਦ ਸਮਝ ਆਵੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿੱਚਰ ਕੋ ਬੰਨੈ ਧੀਰ। ਹੁਣ ਉਹਨਾਂ ਨੇ ਜਿਹੜਾ ਧੀਰ ਸ਼ਬਦ ਵਰਤਿਆ ਉਹ ਸਾਡੇ ਮਨੁੱਖਾ ਜਨਮ ਦੀ ਸਮਝ ਦੇ ਲਈ ਹੈ। ਉਹਦਾ ਭਾਵ ਇਹ ਐਸਾ ਹੈ ਕਿ ਸਾਡੇ ਕੋਲੋਂ ਜੀਵਨ ਦੀ ਗਣਨਾ ਜਿਹੜੀ ਹੈ ਉਹ ਬੜੀ ਅਸੀਂ ਲੰਮੀ ਬਣਾਈ ਹੋਈ। ਸਾਡੇ ਕੋਲੋਂ ਜੀਵਨ ਦੀ ਗਣਨਾ ਦੇ ਜਿਹੜੇ ਮਾਪਦੰਡ ਨੇ ਉਹ ਜਾਂ ਤਾਂ ਅਗਿਆਨ ਵਾਲੇ ਨੇ ਜਾਂ ਫਿਰ ਉਹ ਭਰਮ ਵਾਲੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਸਾਡਾ ਜੀਵਨ ਜਿਹੜਾ ਮਨੁੱਖਾ ਜੀਵਨ ਹੈ ਇਹ ਵੀ ਕਾਲ ਰੂਪ ਦਰਿਆ ਦੇ ਕੰਢੇ 'ਤੇ ਉੱਗਿਆ ਹੋਇਆ ਹੈ। ਭਾਵ ਕਿ ਜਿਵੇਂ ਜਿਵੇਂ ਦਰਿਆ ਦਾ ਵਹਿਣ ਦਾ ਪਾਣੀ ਉਸ ਰੁੱਖ ਦੇ ਨੇੜਿਓਂ ਗੁਜ਼ਰਦਾ ਹੈ, ਉਵੇਂ ਉਮਰ ਦਾ ਵਹਿਣ ਸਾਡੇ ਇਸ ਦੇਹ ਦੇ ਕੰਢੇ ਤੋਂ ਗੁਜ਼ਰਦਾ ਜਾ ਰਿਹਾ ਹੈ। ਅਤੇ ਜਦੋਂ ਜੀਵਨ ਦੇ ਇਹ ਸਾਰਾ ਤਣਾ ਖੜ੍ਹਾ ਰਹੇਗਾ, ਤਨ ਰੂਪ ਤਣਾ ਜਿਹੜਾ ਹੈ ਇਹ ਬਿਲਕੁਲ ਖੜ੍ਹਾ ਰਹੇਗਾ, ਪਰ ਇਹਦਾ ਆਧਾਰ ਜਿਹੜੀਆਂ ਜੜ੍ਹਾਂ ਹਨ, ਭਾਵ ਕਿ ਸਾਡੇ ਜੀਵਨ ਦਾ ਜਿਹੜਾ ਆਧਾਰ ਸਾਡੇ ਪ੍ਰਾਣ ਹਨ, ਉਹ ਕਾਲ ਰੂਪ ਗਤੀ ਦੇ ਨਾਲ ਰੋਜ਼ ਵਹਿ ਵਹਿ ਕੇ ਖਤਮ ਹੋਈ ਜਾ ਰਹੇ ਹਨ। ਅਤੇ ਜਿੱਦਾਂ ਜਿਵੇਂ ਕਿਸੇ ਰੁੱਖ ਦੀਆਂ ਜੜ੍ਹਾਂ ਨਾ ਰਹਿਣ, ਉਹਦਾ ਡਿੱਗਣਾ ਜਾਂ ਉਹਦਾ ਵਹਿ ਜਾਣਾ ਸੁਭਾਵਿਕ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਉਂ ਕਾਲ ਰੂਪ ਨਦੀ ਜਿਹੜੀ ਹੈ ਉਹ ਸਾਡੀ ਉਮਰ ਨੂੰ ਢਾਹ ਲਗਾਉਂਦੀ ਹੈ। ਅਤੇ ਸਾਰੇ ਜਦ ਪੁਰਾਣਾ ਰੂਪ ਜੜ੍ਹਾਂ ਬਿਲਕੁਲ ਖੋਖਲੀਆਂ ਹੋ ਜਾਂਦੀਆਂ ਨੇ ਅਤੇ ਫਿਰ ਕਾਲ ਦੀ ਮਾਰ ਨਾਲ ਵਹਿਣਾ ਪੈਂਦਾ। ਪਰ ਇਹ ਨਹੀਂ ਅਚੇਤ ਰੱਖਣਾ ਕਿ ਇਸ ਗੱਲ ਦਾ ਖਿਆਲ ਨਾ ਕਿਤੇ ਭਰਮ ਰੂਪ 'ਚ ਦ੍ਰਿੜ ਰੱਖਣਾ ਕਿ ਇਤਨਾ ਸਮਾਂ ਆਹ ਰੁੱਖ ਕੋਈ ਵਹਿ ਕੇ ਨਾਲ ਨਹੀਂ ਗਿਆ ਅਤੇ ਸ਼ਾਇਦ ਇਹਨੇ ਕਦੇ ਵਹਿਣਾ ਨਹੀਂ। ਕਹਿੰਦੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੀ ਨਦੀ ਹੈ ਉਹ ਸਹਿਜ ਨੇਮ ਵਿੱਚ ਚੱਲਦੀ ਹੈ, ਉਹਨੂੰ ਕੋਈ ਕਾਹਲੀ ਨਹੀਂ ਹੈ। ਸਾਨੂੰ ਦੁਨੀਆਦਾਰਾਂ ਨੂੰ ਕਾਹਲੀ ਹੈ ਕਿ ਕੋਈ ਕੰਮ ਕਿਸੇ ਤਰ੍ਹਾਂ ਹੋ ਜਾਏ, ਕੋਈ ਕਿਸੇ ਤਰ੍ਹਾਂ। ਨਦੀ ਦੇ ਕੰਢੇ 'ਤੇ ਰੁੱਖ ਹੈ, ਉਹਨੂੰ ਕੋਈ ਕਾਹਲੀ ਨਹੀਂ, ਉਹਨੇ ਆਰਾਮ ਦੇ ਨਾਲ ਵਗਦੇ ਜਾਣਾ ਹੈ। ਜਿੱਦਣ ਪਤਾ ਹੈ ਕਿ ਇਹ ਜੀਵਨ ਖਤਮ ਹੋ ਗਿਆ, ਉਹਨੇ ਇੱਕ ਲਹਿਰ ਦੇ ਨਾਲ ਖਤਮ ਕਰ ਦੇਣਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿੱਚਰ ਕੋ ਬੰਨੈ ਧੀਰ, ਕਿੰਨਾ ਕੁ ਚਿਰ ਦੀ ਮਿਆਦ ਜਿਹੜੀ ਹੈ ਨਿਸ਼ਚਿਤ ਮੰਨੀ ਜਾ ਸਕਦੀ ਹੈ ਜਾਂ ਵਧਾਈ ਜਾ ਸਕਦੀ ਹੈ ਜਾਂ ਟਾਲਿਆ ਜਾ ਸਕਦਾ ਹੈ ਜਾਂ ਉਹਦੀ ਆਸ ਬੰਨੀ ਜਾ ਸਕਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਫਰੀਦਾ ਕੱਚੇ ਭਾਂਡੇ ਰੱਖੀਐ ਕਿੱਚਰ ਤਾਈ ਨੀਰ। ਕੱਚੇ ਘੜੇ ਦੇ ਵਿੱਚ ਜੇ ਪਾਣੀ ਰੱਖਦੀ ਹੈ ਤਾਂ ਉਹਦੀ ਆਸ ਕਿੰਨਾ ਕੁ ਚਿਰ ਰਹਿ ਸਕਦੀ ਹੈ। ਹੌਲੀ ਹੌਲੀ ਬੂੰਦ ਬੂੰਦ ਕਰਕੇ ਪਾਣੀ ਘਟਦਾ ਜਾਏਗਾ ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਖਰ ਨੂੰ ਘੜਾ ਸੁੱਕ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੀਵਨ ਬੜਾ ਅਸਥਿਰ ਹੈ, ਹਰ ਪਲ ਘਟ ਰਿਹਾ ਹੈ ਅਤੇ ਘਟਦੇ ਹੋਏ ਜੀਵਨ ਨੂੰ ਵਾਚ ਕੇ ਸੁਚੇਤ ਹੋਣਾ ਬਣਦਾ ਹੈ। ਘਟ ਰਹੇ ਜੀਵਨ ਨੂੰ ਵਾਚ ਕੇ ਗਫਲਤ ਹੋਣ ਦਾ ਕੋਈ ਮੌਕਾ ਨਹੀਂ ਹੋਣਾ ਚਾਹੀਦਾ। ਕੱਚੇ ਭਾਂਡੇ ਰੱਖੀਐ ਕਿੱਚਰ ਤਾਈ ਨੀਰ। ਹੁਣ ਕੁਦਰਤੀ ਹੈ ਕੱਚੇ ਭਾਂਡੇ ਦੇ ਵਿੱਚ ਪਾਣੀ ਪਾਇਆ ਹੋਵੇ, ਇਹਨਾਂ ਹਾਲਤਾਂ ਨੂੰ ਥੋੜ੍ਹਾ ਗਹਿਰਾ ਸਮਝੀਏ ਤਾਂ ਇਵੇਂ ਆਏਗਾ। ਕੱਚੇ ਭਾਂਡੇ ਦੇ ਅੰਦਰ ਜਿਹੜਾ ਪਾਣੀ ਪਾ ਦਿੱਤਾ ਹੈ, ਹੁਣ ਉਹ ਸਾਨੂੰ ਇਹ ਗਿਆਤ ਹੋਣਾ ਚਾਹੀਦਾ ਹੈ ਕਿ ਕੱਚਾ ਭਾਂਡਾ ਉਹਦੇ ਅੰਦਰ ਇੱਕ ਬਰੀਕ ਕਿਸਮ ਦੀਆਂ ਜਿਹੜੀਆਂ ਤਰਲਤਾ ਬਣੀ ਰਹਿੰਦੀ ਹੈ ਅਤੇ ਜਲ ਦੇ ਨਿਕਸਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹੁਣ ਜਦੋਂ ਅਸੀਂ ਤਾਂ ਆਪਣੀ ਇਸ ਦੇਹ ਰੂਪ ਦੇ ਵਿੱਚ ਜਿਹੜੇ ਸਵਾਸ ਨੇ ਉਹ ਤਾਂ ਪ੍ਰਤੱਖ ਤੌਰ 'ਤੇ ਲੈ ਰਹੇ ਹਾਂ ਅਤੇ ਉਹ ਸਾਨੂੰ ਪ੍ਰਤੱਖ ਤੌਰ 'ਤੇ ਪਤਾ ਇਹ ਘਟ ਰਹੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਵੇਂ ਇਸ ਦੇਹ ਦੇ ਵਿੱਚੋਂ ਪ੍ਰਾਣ ਘਟ ਜਾਂਦੇ ਹਨ, ਜਿਵੇਂ ਨਦੀ ਦੇ ਕੰਢੇ 'ਤੇ ਬਣਿਆ ਹੋਇਆ ਰੁੱਖ ਕਿੰਨਾ ਕੁ ਚਿਰ ਟਿਕ ਸਕਦਾ ਹੈ, ਇਸ ਕਰਕੇ ਜੀਵਨ ਦੀ ਹਾਲਤ
ਐਸੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਕਿ ਜਦੋਂ ਜੀਵਨ ਦਾ ਖੇਲ ਸਮਾਪਤ ਹੋ ਜਾਂਦਾ, ਮਹਿਲ ਨਿਸੱਖਣ ਰਹਿ ਗਏ। ਜਿਨ੍ਹਾਂ ਮਹਿਲਾਂ ਦੇ ਵਿੱਚ ਵਸਦਿਆਂ ਹੋਇਆਂ ਮਨੁੱਖ ਕਈ ਤਰ੍ਹਾਂ ਦੇ ਕੌਤਕ ਕਰਦਾ ਸੀ, ਜਿਹਦੇ ਵਿੱਚ ਬੜਾ ਵੱਡਾ ਪਰਿਵਾਰ ਦਾ ਦਾਇਰਾ ਸੀ, ਕਈ ਤਰ੍ਹਾਂ ਦੇ ਚੋਜ ਵਿਲਾਸ, ਆਪਣੇ ਹਾਸ ਵਿਲਾਸ ਦੀਆਂ ਕਿਰਿਆਵਾਂ ਨੂੰ ਅੰਜਾਮ ਦਿੰਦਾ ਸੀ, ਜਿਹੜੇ ਮਹਿਲ ਦੇ ਵਿੱਚ ਬਹਿ ਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਬਿਨਸ ਜਾਂਦਾ ਹੈ, ਨਿਸੱਖਣ ਰਹਿ ਗਏ, ਸੱਖਣੇ ਹੋ ਗਏ ਹਨ। ਹੁਣ ਉਹਨਾਂ ਦੇ ਵਿੱਚ ਉਹ ਹਾਸਾ ਨਹੀਂ ਹੈ, ਉਹਨਾਂ ਦੇ ਵਿੱਚ ਉਹ ਚਹਿਲ ਪਹਿਲ ਨਹੀਂ ਹੈ, ਉਹ ਗੱਲਬਾਤ ਦਾ ਜ਼ਿਕਰ ਨਹੀਂ ਹੈ। ਅਤੇ ਹੁਣ ਮਹਿਲਾਂ ਤੋਂ ਨਿਕਲ ਕੇ ਜਦੋਂ ਹੀ ਸਰੀਰ ਰੂਪ ਪ੍ਰਾਣ ਪੰਖੇਰੂ ਹੋ ਗਏ, ਅਤੇ ਇਹ ਜਿਹੜੇ ਮਹਿਲ ਨਿਸੱਖਣ ਹੋ ਗਏ, ਵਾਸਾ ਆਇਆ ਤਲ। ਅਤੇ ਫਿਰ ਭਾਵੇਂ ਕਿੰਨੀਆਂ ਉੱਚੀਆਂ ਅਟਾਰੀਆਂ 'ਤੇ ਕਿਉਂ ਨਾ ਰਹਿੰਦਾ ਹੋਵੇ, ਜਦੋਂ ਜੀਵਨ ਖਤਮ ਹੋ ਜਾਂਦਾ ਹੈ, ਜ਼ਮੀਨ 'ਤੇ ਲਿਟਾ ਦਿੰਦੇ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜ਼ਮੀਨ 'ਤੇ ਲੇਟਣਾ ਪਿਆ ਹੈ, ਅਤੇ ਫਿਰ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਅਤੇ ਉਹ ਜਿਹੜੀਆਂ ਰੂਹਾਂ ਜਿਹੜੀਆਂ ਇੱਥੋਂ ਚਲੀਆਂ ਗਈਆਂ ਹਨ, ਉਹਨਾਂ ਦਾ ਰੂਪ ਬਣ ਗਿਆ ਹੈ ਮ੍ਰਿਤਕ ਸਰੀਰ, ਜਿਹੜਾ ਕਬਰਾਂ ਦੇ ਵਿੱਚ ਪਿਆ ਹੋਇਆ, ਅਤੇ ਹੁਣ ਰੂਹਾਂ ਨੇ ਕਬਰਾਂ ਮਲ ਲਈਆਂ ਹਨ। ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਚੱਲਣਾ ਤਾਂ ਸਭ ਦਾ ਹੋਏਗਾ, ਪਰ ਕੋਈ ਬੰਦਗੀ ਦੇ ਸਹਿਤ ਚੱਲੇ, ਕਿਉਂਕਿ ਚੱਲਣ ਦੀ ਕੋਈ ਨਿਸ਼ਚਿਤ ਵਾਰੀ ਨਹੀਂ ਹੈ, ਅੱਜ ਕੱਲ੍ਹ ਦੇ ਵਿੱਚ ਚੱਲਿਆ ਜਾ ਸਕਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਹਿਲ ਨਿਸੱਖਣ ਰਹਿ ਗਏ, ਆਪਣੇ ਜੀਵਨ ਦੀ ਗਤੀ ਨੂੰ ਵਾਚੀਏ। ਬਾਬਾ ਫਰੀਦ ਸਾਹਿਬ ਜੀ ਨੇ ਮਹਿਲ ਨਿਸੱਖਣ ਦਾ ਭਾਵ ਇਹ ਹੈ ਜਿਵੇਂ ਘਰ ਦੇ ਵਿੱਚ ਕਦੇ ਦੇਖਣਾ। ਇਹ ਗੜੇ ਗਹਿਰੇ ਰੂਪਕ ਹਨ। ਘਰ ਦੇ ਵਿੱਚ ਜਦ ਇੱਕ ਬੱਚਾ ਪੈਦਾ ਹੁੰਦਾ ਹੈ, ਜਦੋਂ ਉਹਦੀ ਜੀਵਨ ਵਿਕਸਿਤ ਹੁੰਦਾ ਹੈ, ਉਹਦੇ ਜੀਵਨ ਦਾ ਜਿਹੜਾ ਸ਼ੋਰ ਸ਼ਰਾਬਾ ਹੈ, ਉਹਦੀਆਂ ਜਿਹੜੀਆਂ ਚਿੰਗਾਰਾਂ ਨੇ, ਉਹਦੀ ਸ਼ੈਤਾਨੀ ਦੌਰਾਨ ਕੱਢਣ ਵਾਲੀਆਂ ਜਿਹੜੀਆਂ ਆਵਾਜ਼ਾਂ ਨੇ, ਉਹ ਘਰ ਦੇ ਹਰ ਹਿੱਸੇ ਵਿੱਚ ਸੁਣਾਈ ਦਿੰਦੀਆਂ ਨੇ। ਜੀਵਨ ਦਾ ਆਗਮਨ ਹੋਇਆ, ਸਾਰੇ ਘਰ ਦੇ ਵਿੱਚ ਉਹਦੀ ਜਿਹੜੀ ਆਵਾਜ਼ ਦੀ ਮੌਜੂਦਗੀ ਦਰਜ ਹੋ ਰਹੀ ਹੈ। ਅੱਗੇ ਜੀਵਨ ਵਧਿਆ, ਹੌਲੀ ਹੌਲੀ ਬੋਲਣ ਦੀ ਸੂਝ ਆਉਂਦੀ ਹੈ, ਥੋੜ੍ਹਾ ਬੋਲਣਾ ਠੀਕ ਹੋ ਜਾਂਦਾ। ਫਿਰ ਜੀਵਨ ਉਸੇ ਘਰ ਵਿੱਚ ਉਪਜਿਆ ਹੋਇਆ ਜੀਵਨ ਜਦੋਂ ਬੁਢਾਪੇ ਦੇ ਤਲ 'ਤੇ ਸਮਾਪਤੀ 'ਤੇ ਆ ਜਾਂਦਾ ਹੈ, ਕੋਈ ਬੋਲ ਤੱਕ ਨਹੀਂ ਸੁਣਾਈ ਦਿੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਬੋਲ ਦੇ ਨੁਕਤੇ ਤੋਂ ਹੀ ਦੇਖੀਏ ਕਿ ਆਵਾਜ਼ ਕਰਕੇ ਵੀ ਇਹ ਸਰੀਰ ਰੂਪ ਜਿਹੜਾ ਮਹਿਲ ਹੈ ਸੱਖਣਾ ਹੋ ਜਾਂਦਾ ਹੈ। ਬੁਢਾਪੇ ਵਿੱਚ ਆਵਾਜ਼ ਵੀ ਉੱਚੇ ਸਤਰ ਦੀ ਨਹੀਂ ਰਹਿੰਦੀ, ਕਿਉਂਕਿ ਜਿਹੜਾ ਕੰਠ ਹੈ ਉਹ ਬੁੱਢਾ ਹੋ ਗਿਆ, ਪੁਰਾਣਾ ਹੋ ਗਿਆ, ਉਹਦੇ ਅੰਦਰ ਉਨੀ ਆਵਾਜ਼ ਨਹੀਂ ਬਣਦੀ, ਬੋਲ ਸਪਸ਼ਟ ਨਹੀਂ ਬਣਦੇ। ਇਹਦਾ ਭਾਵ ਇਹ ਹੈ ਕਿ ਮਹਿਲ ਨਿਸੱਖਣ ਰਹਿ ਗਏ, ਭਾਵ ਕਿ ਸਰੀਰ ਰੂਪ ਮਹਿਲ ਜਿੰਨੇ ਇਹਨਾਂ ਵੱਡੇ ਮਹਿਲਾਂ ਨੂੰ ਵਸਾਉਣ ਵਾਲੇ ਬਣਾਇਆ ਸੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੱਖਣ ਭਾਵ ਸੱਖਣੇ ਹੋ ਗਏ ਨੇ, ਕਿ ਹੁਣ ਇਹਦੇ ਕੋਲ ਐਸੇ ਬੋਲ ਵੀ ਨਹੀਂ ਜਿਹੜੇ ਬੋਲ ਦੂਜੇ ਦੇ ਚੰਗੀ ਤਰ੍ਹਾਂ ਸੁਣਾਈ ਪੈ ਸਕਣ, ਜਾਂ ਉਹਨਾਂ ਬੋਲਾਂ ਦੇ ਵਿੱਚੋਂ ਕੋਈ ਸਪਸ਼ਟ ਸੁਰ ਪੈਦਾ ਹੋ ਸਕੇ, ਜਾਂ ਉਹਨਾਂ ਬੋਲਾਂ ਦੇ ਵਿੱਚੋਂ ਕੋਈ ਸੰਗੀਤ ਪੈਦਾ ਹੋ ਸਕੇ। ਇਸ ਕਰਕੇ ਆਖਦੇ ਹਨ ਕਿ ਇਹਦੇ ਨੁਕਤੇ ਤੋਂ ਵੀ ਜਿਹੜਾ ਹੈ ਜੀਵਨ ਸੱਖਣਾ ਹੋਇਆ ਹੈ। ਫਿਰ ਦ੍ਰਿਸ਼ਟੀ ਦੇ ਨੁਕਤੇ ਤੋਂ ਵੀ ਜੀਵਨ ਸੱਖਣਾ ਹੁੰਦਾ ਹੈ। ਦੇਹ ਦੇ ਜਿਤਨੇ ਤਾਣ ਹਾਣ ਹੌਲੀ ਹੌਲੀ ਬਿਲਕੁਲ ਸੱਖਣੇ ਹੋ ਜਾਂਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੱਕ ਦੇਹ ਦੇ ਵਿੱਚ ਤਾਣ ਸੀ ਦੇਖਣ ਸੁਣਨ ਸਮਝਣ ਬੋਲਣ ਕਰਨ ਦਾ, ਉਦੋਂ ਤੱਕ ਹੀ ਇਹਦਾ ਉਹਨਾਂ ਚੀਜ਼ਾਂ ਦੇ ਉੱਪਰ ਨਿਵਾਸ ਚੰਗਾ ਲੱਗਦਾ ਸੀ। ਭਾਵੇਂ ਬਜ਼ੁਰਗ ਹੀ ਸਹੀ, ਉੱਚੇ ਥਾਂ ਬੈਠਿਆਂ, ਕਿਸੇ ਸੁੰਦਰ ਥਾਂ 'ਤੇ ਬੈਠਿਆਂ ਚੰਗਾ ਲੱਗਦਾ ਹੈ, ਪਰ ਜਦੋਂ ਹੀ ਪ੍ਰਾਣ ਰੂਪ ਪੰਖੇਰੂ ਹੋਏ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇਹਦਾ ਵਾਸ ਜੀਵਨ ਹਮੇਸ਼ਾ ਜਿਹੜਾ ਸੀ ਉਹ ਜ਼ਮੀਨ ਹੀ ਸਮਝੀ ਗਈ ਕਿ ਹੁਣ ਮੁਰਦੇ ਦਾ ਨਿਵਾਸ ਜ਼ਮੀਨ ਹੀ ਹੋ ਸਕਦਾ ਹੈ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੀਆਂ ਗੋਰਾਂ ਸੇ ਨਿਮਾਣੀਆਂ, ਪਹਿਲਾਂ ਮਹਿਲਾਂ ਉੱਪਰ ਕਬਜ਼ਾ ਸੀ, ਹੁਣ ਕਬਰ ਦੇ ਵਿੱਚ ਕਬਜ਼ਾ ਹੈ, ਅਤੇ ਬਹਿਸਨ ਰੂਹਾਂ ਮਲ ਹੁਣ ਪੱਕੇ ਤੌਰ 'ਤੇ ਇੱਥੇ ਵਸ ਗਿਆ। ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਾਰਾ ਜੀਵਨ ਦਾ ਸਿਲਸਿਲਾ ਚੱਲੇਗਾ, ਪਰ ਇਸ ਸਿਲਸਿਲੇ ਦੇ ਨਾਲ ਜੇ ਬੰਦਗੀ ਜੁੜੇਗੀ ਤਾਂ ਠੀਕ ਹੈ, ਨਹੀਂ ਤਾਂ ਅਧੂਰਾ ਰਹੇਗਾ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਇੱਕ ਕਿਸੇ ਸ਼੍ਰੇਸ਼ਟ ਮਹਾਤਮਾ ਦੇ ਕੋਲੋਂ ਕੋਈ ਜਗਿਆਸੂ ਚਲਾ ਗਿਆ, ਜਾ ਕੇ
ਉਹਨੇ ਕਿਹਾ ਕਿ ਮੈਨੂੰ ਜੀਵਨ ਦਾ, ਮੌਤ ਦਾ ਭੇਦ ਸਮਝਾਓ ਕਿ ਮੌਤ ਕੀ ਹੈ, ਮੌਤ ਮਰਨ ਦੀ ਕਲਾ ਕਿਵੇਂ ਸਿੱਖੀ ਜਾ ਸਕਦੀ ਹੈ। ਉਹਨੇ ਪ੍ਰਸ਼ਨ ਕੀਤਾ। ਉਸ ਮਹਾਤਮਾ ਨੇ ਉਹਨੂੰ ਕੁਝ ਦਿਨ ਕੋਈ ਜਵਾਬ ਨਾ ਦਿੱਤਾ। ਇੱਕ ਦਿਨ ਬੁਲਾ ਕੇ ਕਹਿਣ ਲੱਗੇ ਕਿ ਮੌਤ ਦਾ ਕੁਝ ਦੱਸਿਆ ਨਹੀਂ ਜਾ ਸਕਦਾ, ਮੌਤ ਦਾ ਭੇਦ ਸਮਝਾਇਆ ਨਹੀਂ ਜਾ ਸਕਦਾ। ਹਾਂ, ਇਹ ਹੈ ਕਿ ਕਿਉਂਕਿ ਮੌਤ ਤਾਂ ਥੋੜ੍ਹੇ ਸਮੇਂ ਦੀ ਹੈ, ਜੀਵਨ ਲੰਬਾ ਹੈ, ਜੀਵਨ ਦਾ ਭੇਦ ਸਮਝਾਇਆ ਜਾ ਸਕਦਾ ਹੈ। ਤਾਂ ਫਿਰ ਉਹਨੂੰ ਸਾਧਨਾ ਦੇ ਵਿੱਚ ਪਾ ਦਿੱਤਾ। ਉਹਨੇ ਪਹਿਲੇ ਦਿਨ ਉਹਨੂੰ ਨੁਕਤਾ ਸਮਝਾਇਆ ਕਿ ਉਹ ਕਿਸੇ ਨਦੀ ਦੇ ਕਿਨਾਰੇ ਜਾ ਰਹੇ ਸਨ। ਨਦੀ ਦੇ ਕਿਨਾਰੇ ਜਾ ਰਹੇ ਸਨ ਅਤੇ ਉਹਦੇ ਵਿੱਚ ਕੁਝ ਰੁੱਖ ਵਹਿੰਦੇ ਆ ਰਹੇ ਸਨ। ਉਹਦੇ ਵਿੱਚ ਕਈ ਹੋਰ ਚੀਜ਼ਾਂ, ਕੋਈ ਪਸ਼ੂ, ਬੜਾ ਕੁਝ ਵਹਿੰਦਾ ਹੋਇਆ ਆ ਰਿਹਾ ਸੀ। ਤਾਂ ਉਹ ਮਹਾਤਮਾ ਉਹਨੂੰ ਦੇਖ ਕੇ ਕਹਿਣ ਲੱਗਾ ਕਿ ਤੂੰ ਇਸ ਦ੍ਰਿਸ਼ ਤੋਂ ਕੀ ਸਮਝਦਾ ਹੈ? ਜੇ ਤੈਨੂੰ ਜੀਵਨ ਦੇ ਜਾਣਨ ਦੀ ਜਗਿਆਸਾ ਹੈ, ਇਸ ਦ੍ਰਿਸ਼ ਨੂੰ ਦੇਖ ਕੇ ਤੂੰ ਕੀ ਸਮਝਿਆ? ਕਿੰਨਾ ਕੁਝ ਇਸ ਜਲ ਦੇ ਵਿੱਚ ਵਹਿ ਕੇ ਆ ਰਿਹਾ ਹੈ, ਪਸ਼ੂ ਹਨ, ਮਨੁੱਖ ਹਨ, ਬਨਸਪਤੀ ਹੈ। ਕਹਿਣ ਲੱਗਾ ਇਹਦਾ ਭਾਵ ਇਹ ਹੈ ਕਿ ਦੂਰ ਕਿਤੇ ਨਗਰ ਦੇ ਵਿੱਚ ਜਾਂ ਤਾਂ ਹੜ੍ਹ ਦੀ, ਤੂਫਾਨ ਦੀ ਕੋਈ ਸਥਿਤੀ ਬਣੀ ਹੋਏਗੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਕੇ ਇਹਦੇ ਵਿੱਚ ਡਿੱਗ ਪਈਆਂ ਹਨ, ਤਾਂ ਹੁਣ ਆ ਕੇ ਵਹਿੰਦੀਆਂ ਹੋ ਰਹੀਆਂ ਹੋਣਗੀਆਂ। ਤਾਂ ਹੁਣ ਉਹ ਮਹਾਤਮਾ ਕਹਿਣ ਲੱਗਾ ਤੇਰੀ ਦ੍ਰਿਸ਼ਟੀ ਠੀਕ ਹੈ, ਤੂੰ ਇਸ ਗੱਲ ਨੂੰ ਬੁੱਝਿਆ ਹੈ, ਪਰ ਤੈਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਪਾਣੀ ਦੇ ਵਹਾਅ ਦੇ ਵਿੱਚ ਜੋ ਕੁਝ ਵੀ ਡਿੱਗ ਜਾਵੇ, ਪਾਣੀ ਉਹਨੂੰ ਵਹਾ ਕੇ ਹੀ ਲੈ ਜਾਂਦਾ ਹੈ। ਭਾਵ ਕਿ ਅਸੀਂ ਜੇ ਆਪਣੇ ਜੀਵਨ 'ਚ ਇਹ ਸਮਝੀਏ ਕਿ ਜਿਵੇਂ ਯੋਗ ਅਭਿਆਸ ਕਰਕੇ 200 ਵਰ੍ਹੇ ਦੀ ਆਜੂ ਹੋ ਜਾਵੇ, ਜਾਂ ਆਪਣੀਆਂ ਜਿਹੜੀਆਂ ਚਿਕਿਤਸਕ ਸਹੂਲਤਾਂ ਨੇ ਉਹਨਾਂ ਨੂੰ ਬੜੀਆਂ ਅਸੀਂ ਸੂਖਮ ਬਣਾ ਕੇ ਸਭ ਤਰ੍ਹਾਂ ਦੇ ਰੋਗਾਂ ਦਾ ਉਪਚਾਰ ਕਰ ਲਈਏ, ਤਾਂ ਉਹ ਮਹਾਤਮਾ ਕਹਿਣ ਲੱਗਾ ਤਾਂ ਵੀ ਜਿਹੜਾ ਜੀਵਨ ਹੈ, ਜਿਵੇਂ ਵੱਡੇ ਵੱਡੇ ਰੁੱਖ ਵਹਿੰਦੇ ਜਾ ਰਹੇ ਹਨ, 200 ਵਰ੍ਹੇ ਦੀ ਆਜੂ ਵਾਲਾ ਜੀਵਨ ਵੀ ਇਸ ਕਾਲ ਦੇ ਵਹਿਣ ਵਿੱਚ ਵਹਿ ਜਾਏਗਾ। ਕਿੰਨਾ ਅਮੋਲਕ ਜੀਵਨ ਹੈ, ਕਿੰਨਾ ਸੰਪਦਾ ਵਾਲਾ ਜੀਵਨ ਹੈ, ਉਸ ਗੱਲ ਦਾ ਕੋਈ ਪ੍ਰਭਾਵ ਨਹੀਂ। ਕਾਲ ਨੇ ਸਭ ਨੂੰ ਆਪਣੇ ਵਹਿਣ ਵਿੱਚ ਸ਼ਾਮਲ ਕਰਨਾ ਹੈ ਅਤੇ ਅਸੀਂ ਉਸ ਵਹਿਣ ਦੇ ਵਿੱਚ ਉਸ ਦਿਨ ਤੋਂ ਹੀ ਸ਼ਾਮਲ ਹਾਂ ਜਦੋਂ ਤੋਂ ਸਾਡਾ ਜੀਵਨ ਨਿਸ਼ਚਿਤ ਹੋਇਆ, ਜਿਸ ਦਿਨ ਤੋਂ ਸਾਡੇ ਜੀਵਨ ਦਾ ਆਰੰਭ ਹੋਇਆ। ਬਾਣੀ ਵਿੱਚ ਵਾਕ ਹੁੰਦਾ, ਮਰਨ ਲਿਖਾਏ ਮੰਡਲ ਮੈਂ ਆਏ, ਕਿ ਜਿਹੜਾ ਗਰਭ ਕਾਲ ਦਾ ਪਹਿਲਾ ਚੇਤਨਾ ਰੂਪ ਪ੍ਰਵੇਸ਼ ਹੋਇਆ, ਉਹਦੇ ਨਾਲ ਹੀ ਮ੍ਰਿਤੂ ਨਿਸ਼ਚਿਤ ਹੋਈ। ਉਹਨੇ ਪਹਿਲਾ ਭਾਵ ਇਹ ਸਮਝਾ ਦਿੱਤਾ। ਦੂਸਰੇ ਦਿਨ ਜਦੋਂ ਉੱਠੇ ਤਾਂ ਮਹਾਤਮਾ ਨੇ ਉਹਦੇ ਨਾਲ ਕਿਸੇ ਗਲਤ ਢੰਗ, ਕਿਸੇ ਹਿੰਸਾ ਕਰਦਿਆਂ ਉਹਨੂੰ ਸਰੀਰਕ ਚੋਟ ਪਹੁੰਚਾ ਦਿੱਤੀ, ਜਿਹਦੇ ਨਾਲ ਉਹਦੇ ਸਰੀਰ ਦਾ ਕੋਈ ਖੂਨ ਆਦਿਕ ਵਹਿ ਗਿਆ। ਤਾਂ ਉਹ ਮਹਾਤਮਾ ਜਦੋਂ ਉਹ ਦੇਖਿਆ ਕਿ ਉਹਦੇ ਜ਼ਖਮ ਨਾਲ ਬੜਾ ਖੂਨ ਵਹਿ ਗਿਆ, ਜਗਿਆਸੂ ਨੇ ਇਤਰਾਜ਼ ਕੀਤਾ ਕਿ ਤੁਸੀਂ ਮੇਰੇ 'ਤੇ ਜ਼ੁਲਮ ਕੀਤਾ ਹੈ, ਮੇਰੇ ਸਰੀਰ ਦਾ ਕਿੰਨਾ ਹਿੱਸਾ ਜਿਹੜਾ ਖੂਨ ਵਾਲਾ ਰਕਤ ਇਉਂ ਵਹਿ ਗਿਆ, ਮੈਂ ਕਮਜ਼ੋਰ ਹੋ ਗਿਆ। ਤਾਂ ਮਹਾਤਮਾ ਨੇ ਅੱਗੇ ਉੱਤਰ ਦਿੰਦਿਆਂ ਕਿਹਾ ਕਿ ਜਿਹੜੀ ਤੇਰੀ ਕੀਮਤੀ ਦੇਹ ਦਾ ਇੱਕ ਇੱਕ ਖੂਨ ਦਾ ਕਤਰਾ ਬਣਿਆ, ਇੱਕ ਖੂਨ ਦਾ ਕਤਰਾ ਬਣਨ ਦੇ ਲਈ ਸ੍ਰਿਸ਼ਟੀ ਨੂੰ ਕਿੰਨਾ ਯਤਨ ਕਰਨਾ ਪਿਆ। ਇਹਦੇ ਵਿੱਚ ਜਲ ਸ਼ਾਮਲ ਹੈ, ਇਹਦੇ ਵਿੱਚ ਹੋਰ ਕਈ ਚੀਜ਼ਾਂ ਸ਼ਾਮਲ ਨੇ। ਭਾਵ ਕਿ ਪਹਿਲਾਂ ਕਿੰਨੀ ਮਾਤਰਾ 'ਚ ਭੋਜਨ ਲੈਣਾ ਹੈ, ਫਿਰ ਉਹ ਜਾ ਕੇ ਮਿੱਝ ਮਾਸ ਬਣਦਾ, ਉਹਦੀ ਊਰਜਾ ਫਿਰ ਜਾ ਕੇ ਖੂਨ ਵਿੱਚ ਪਰਿਵਰਤਿਤ ਹੁੰਦੀ ਹੈ ਅਤੇ ਫਿਰ ਤੇਰਾ ਜੀਵਨ ਚੱਲਦਾ ਹੈ। ਭਾਵ ਕਿ ਤੇਰੇ ਜੀਵਨ ਦੀ ਹਰੇਕ ਹਿੱਸੇ ਦੀ ਅਮੋਲਕਤਾ ਹੈ ਅਤੇ ਇਸ ਸਾਰੀ ਅਮੋਲਕਤਾ ਦੀ ਤੇਰੇ ਕੋਲੋਂ ਕੋਈ ਕਦਰ ਨਹੀਂ ਹੈ। ਭਾਵ ਕਿ ਤੂੰ ਜੀਵਨ ਦੀ ਗਿਣਤੀ ਇੰਝ ਕਰਦਾ ਹੈ ਕਿ ਬਸ ਮੇਰਾ ਸਰੀਰ ਹੈ, ਪਰ ਇਹਦੇ ਵਿੱਚ ਜੁੜਨ ਵਾਲਾ ਹਰੇਕ ਕਤਰਾ ਹੀ ਇਸ ਜੀਵਨ ਨੂੰ ਸਿੰਜ ਰਿਹਾ ਹੈ। ਇਸ ਕਰਕੇ ਤੇਰਾ ਜੀਵਨ ਬੜੀ ਬਾਰੀਕੀ ਨਾਲ ਬਣਿਆ ਹੈ, ਤੇਰੀ ਇੰਨੀ ਜ਼ਿਆਦਾ ਕਦਰ ਹੋਣੀ ਚਾਹੀਦੀ ਹੈ। ਤੀਸਰੇ ਦਿਨ ਕੋਈ ਇਸ ਤਰ੍ਹਾਂ ਦਾ ਫਿਰ ਵਾਪਰਿਆ। ਉਹ ਮਹਾਤਮਾ ਜਿਸ ਕੁਟੀਆ ਵਿੱਚ ਰਹਿ ਰਹੇ ਸਨ, ਉਸ ਕੁਟੀਆ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਗਹਿਰੀ ਨੀਂਦੇ ਸੁੱਤਾ ਹੋਇਆ ਸੀ। ਅਚਾਨਕ ਮਹਾਤਮਾ ਨੇ ਉੱਚੀ ਆਵਾਜ਼ ਦੇ ਕੇ ਕਹਿ ਦਿੱਤਾ ਕਿ ਕੁਟੀਆ ਨੂੰ ਅੱਗ ਲੱਗ ਗਈ, ਬਾਹਰ ਨਿਕਲ ਆਓ। ਤਾਂ ਉਹ ਜਦੋਂ ਆਵਾਜ਼ ਸੁਣ ਕੇ ਉਹਨੇ ਵਾਚਿਆ ਨਹੀਂ ਵੀ ਅੱਗ ਲੱਗੀ ਕਿ ਨਹੀਂ ਲੱਗੀ, ਭੱਜ ਕੇ ਬਾਹਰ ਆ ਗਿਆ। ਬਾਹਰ ਆ ਕੇ ਦੇਖਦਾ ਕੁਟੀਆ ਨੂੰ ਅੱਗ ਤਾਂ ਕੋਈ ਲੱਗੀ ਨਹੀਂ। ਉਹ ਮਹਾਤਮਾ ਨੂੰ ਕਹਿਣ ਲੱਗਾ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਹੋ, ਅੱਗ ਤਾਂ ਕੋਈ ਕੁਟੀਆ ਨੂੰ ਲੱਗੀ ਨਹੀਂ, ਤੁਸੀਂ ਕਹਿ ਰਹੇ ਹੋ ਅੱਗ ਲੱਗੀ ਹੈ। ਮਹਾਤਮਾ ਕਹਿਣ ਲੱਗਾ ਕਿ ਜਿਹੜੇ ਧਰਮ ਗ੍ਰੰਥਾਂ ਦੇ ਉਪਦੇਸ਼ ਨੇ ਉਹ ਰੋਜ਼ਾਨਾ ਸਾਨੂੰ ਸਤਰਕ ਕਰਦੇ ਹਨ ਕਿ ਸਾਡਾ ਜੀਵਨ ਕਿਤੇ ਵਾਸਨਾ ਅਗਨ ਦੀਆਂ ਲਹਿਰਾਂ ਦੇ ਵਿੱਚ ਜਲ ਕੇ ਰਾਖ ਨਾ ਹੋ ਜਾਵੇ। ਭਾਵ ਕਿ ਅੱਗ ਲੱਗੀ ਜਾਂ ਨਹੀਂ, ਤੈਨੂੰ ਸੁਚੇਤ ਕਰਨ ਦਾ ਇੱਕ ਤਰੀਕਾ ਸੀ। ਇਸ ਕਰਕੇ ਧਰਮ ਗ੍ਰੰਥਾਂ ਦੇ ਉਪਦੇਸ਼ ਰੋਜ਼ਾਨਾ ਸਾਨੂੰ ਸੁਚੇਤ ਕਰਦੇ ਹਨ, ਪਰ ਅਸੀਂ ਇਸ ਸੁਚੇਤਗੀ ਨੂੰ ਧਾਰਨ ਨਹੀਂ ਕਰਦੇ। ਤੈਨੂੰ ਇਹ ਪ੍ਰਮਾਣ ਸਮਝਾਇਆ,
ਇੰਜ ਮਹਾਤਮਾ ਉਹਨੂੰ ਬੜੇ ਪ੍ਰਮਾਣਾਂ ਦੁਆਰਾ ਜ਼ਿੰਦਗੀ ਦੀ ਸਮਝ ਦਿੰਦਾ ਰਿਹਾ। ਅਤੇ ਇੱਕ ਦਿਨ ਕਹਿਣ ਲੱਗਾ ਕਿ ਹੁਣ ਮੈਂ ਤੈਨੂੰ ਪਰਮ ਭੇਦ ਸਮਝਾਵਾਂਗਾ। ਪਰਮ ਭੇਦ ਸਮਝਾਉਂਦਿਆਂ ਹੋਇਆਂ ਉਹ ਕਹਿੰਦਾ ਕਿ ਅਸੀਂ ਨਦੀ ਕਿਨਾਰੇ ਇਸ਼ਨਾਨ ਕਰਨ ਚੱਲਾਂਗੇ। ਇਸ਼ਨਾਨ ਕਰਨ ਚਲੇ ਗਏ ਦੋਨੋਂ। ਜਦੋਂ ਉਹ ਜਗਿਆਸੂ ਜਲ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਉਦੋਂ ਉਸ ਮਹਾਤਮਾ ਨੇ ਉਹਨੂੰ ਗੋਤਾ ਦੇ ਦਿੱਤਾ ਬੜਾ ਗਹਿਰਾ। ਅਤੇ ਉਸ ਸਮੇਂ ਦੇ ਬਾਅਦ ਦੇ ਵਿੱਚ ਜਦੋਂ ਉਹਨੂੰ ਬੜ ਕੱਢਿਆ ਅਤੇ ਉਹ ਮਰਨ ਵਾਲੀ ਹਾਲਤ ਤੱਕ ਆ ਗਿਆ, ਅਤੇ ਮਹਾਤਮਾ ਨੂੰ ਕਹਿਣ ਲੱਗਾ ਕਿ ਤੁਸੀਂ ਤਾਂ ਮੈਨੂੰ ਜਾਨ ਤੋਂ ਮਾਰ ਦੇਣ ਲੱਗੇ ਸੀ, ਮੇਰੇ ਨਾਲ ਐਸਾ ਕਿਉਂ ਕੀਤਾ? ਕਹਿੰਦੇ ਤੈਨੂੰ ਜੀਵਨ ਦਾ ਪਰਮ ਭੇਦ ਸਮਝਾਉਣਾ ਸੀ ਕਿ ਜਦੋਂ ਬਿਲਕੁਲ ਤੂੰ ਜਲ ਦੇ ਵਿੱਚ ਸਾਂ, ਜਦੋਂ ਤੈਨੂੰ ਲੱਗਾ ਕਿ ਮੈਨੂੰ ਗੋਤੇ ਦੀ ਹਾਲਤ ਵਿੱਚ ਡੁੱਬ ਜਾਵਾਂਗਾ, ਮਰਨ ਦੀ ਸਥਿਤੀ ਆ ਗਈ ਹੈ, ਉਦੋਂ ਤੇਰੇ ਅੰਦਰ ਕੀ ਸੀ ਇਹ ਦੱਸ। ਉਦੋਂ ਅੰਦਰ ਕੋਈ ਖਿਆਲ ਸੀ? ਕਹਿੰਦਾ ਨਹੀਂ, ਇੱਕੋ ਖਿਆਲ ਬਾਕੀ ਸੀ ਕਿ ਜੇ ਇਹਦੋਂ ਤੋਂ ਬਾਅਦ ਮੌਕਾ ਮਿਲ ਜਾਏ ਤਾਂ ਬੜਾ ਸਤਰਕ ਹੋ ਕੇ ਮੁੜ ਕੇ ਕਦੇ ਜਲ ਦੇ ਨੇੜੇ ਨਹੀਂ ਜਾਵਾਂਗਾ, ਇੰਜ ਇਸ਼ਨਾਨ ਨਹੀਂ ਕਰਾਂਗਾ ਜੇ ਇੱਕ ਵਾਰੀ ਇੱਥੋਂ ਬਚ ਜਾਵਾਂ। ਕਹਿੰਦਾ ਇੰਨਾ ਹੀ ਕੇਵਲ ਖਿਆਲ ਸੀ। ਪਰ ਕਹਿੰਦਾ ਇਹ ਵੀ ਖਿਆਲ ਪਹਿਲੇ ਸੈਕਿੰਡ ਦੇ ਵਿੱਚ ਰਿਹਾ, ਬਾਅਦ ਦੇ ਵਿੱਚ ਤਾਂ ਆਸ ਵੀ ਮਿਟ ਗਈ ਸੀ ਕਿ ਜੀਵਨ ਬਚੇਗਾ ਨਹੀਂ ਬਚੇਗਾ। ਕਹਿਣ ਲੱਗਾ ਮੈਂ ਤੈਨੂੰ ਭੇਦ ਇਹ ਸਮਝਾਇਆ ਕਿ ਭਗਤੀ ਕਰਮ ਦੇ ਨਾਲ, ਗਿਆਨ ਰੂਪ ਸਾਧਨਾ ਦੇ ਨਾਲ ਉਸ ਸਥਿਤੀ ਤੱਕ ਪਹੁੰਚਣਾ ਸਾਡਾ ਕਰਮ ਹੈ ਜਿੱਥੇ ਜਾ ਕੇ ਕੋਈ ਫੁਰਨਾ, ਕੋਈ ਵਾਸਨਾ, ਕੋਈ ਤ੍ਰਿਸ਼ਨਾ ਦੀ ਨਿੱਕਾ ਜਿਹਾ ਵੀ ਅੰਸ਼ ਸਾਡੇ ਅੰਦਰ ਬਾਕੀ ਨਹੀਂ ਰਹਿਣਾ ਚਾਹੀਦਾ। ਪੂਰੀ ਤਰ੍ਹਾਂ ਜਦੋਂ ਆਪਣੇ ਆਪ ਨੂੰ ਖਾਲੀ ਕਰ ਲਵਾਂਗੇ ਉਦੋਂ ਜੀਵਨ ਦਾ ਪਰਮ ਭੇਦ ਸਮਝ ਆਏਗਾ ਅਤੇ ਇਸੇ ਸਮਝ ਦੇ ਵਿੱਚੋਂ ਤੇਰੀ ਬੰਦਗੀ ਅੱਗੇ ਫਲੀਭੂਤ ਹੋਵੇਗੀ। ਇਸ ਕਰਕੇ ਉਹਨੇ ਫਿਰ ਉਹਨੂੰ ਪਰਮ ਭੇਦ ਸਮਝਾਇਆ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਆਖੀ ਸੇਖਾ ਬੰਦਗੀ, ਕਿ ਜੀਵਨ ਬੰਦਗੀ ਦੇ ਵਿੱਚ ਢਾਲਣ ਦੇ ਲਈ ਹੈ। ਚੱਲਣ ਅੱਜ ਕੇ ਕੱਲ੍ਹ, ਅੱਜ ਕੇ ਕੱਲ੍ਹ ਇਸ ਦੁਨੀਆ ਦੀ ਸਰਾਂ ਦੇ ਵਿੱਚੋਂ ਚੱਲਣ ਦਾ ਹੋ ਸਕਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਬੰਦਗੀ ਦੇ ਸਹਿਤ ਚੱਲੋ। ਬੰਦਗੀ ਦੇ ਸਹਿਤ ਚੱਲਦਿਆਂ ਜਿਵੇਂ ਬੀਬੀ ਰਾਬੀਆ ਲਬਸਤਰੀ ਨੂੰ ਨਾ ਹਸਨ ਅਲ ਬਸਰੀ ਨੇ ਇੱਕ ਵਾਰੀ ਕਹਿ ਦਿੱਤਾ ਕਿ ਰਾਬੀਆ, ਨਾ ਤੇਰੇ ਪਾਸ ਚੰਗਾ ਮਕਾਨ ਹੈ, ਨਾ ਤੇਰੇ ਪਾਸ ਧਨ ਸੰਪਦਾ, ਅਤੇ ਨਾ ਹੀ ਤੇਰੇ ਕੋਈ ਬੜੇ ਮੁਰੀਦ ਨੇ, ਇਕੱਲਾ ਮੈਂ ਇੱਕੋ ਹੀ ਹਾਂ ਜਿਹੜਾ ਕਦੇ ਮਾੜੀ ਮੋਟੀ ਤੇਰੀ ਬਾਤ ਸੁਣਨ ਆ ਜਾਂਦਾ ਹੈ, ਨਾ ਤੇਰਾ ਪਰਿਵਾਰ ਹੈ, ਕੋਈ ਵੀ ਤੇਰੇ ਅੰਗ ਸੰਗ ਨਹੀਂ ਹੈ, ਤਾਂ ਤੂੰ ਆਪਣੇ ਜੀਵਨ ਦੀ ਕੀ ਇਹੋ ਜਿਹੇ ਜੀਵਨ ਤੋਂ ਖੁਸ਼ ਹੈ? ਹਸਨ ਅਲ ਬਸਰੀ ਨੇ ਬੀਬੀ ਰਾਬੀਆ ਨੂੰ ਕਿਹਾ। ਕਹਿਣ ਲੱਗੀ ਹਾਂ ਠੀਕ ਹੈ। ਕਹਿਣ ਲੱਗੀ, ਕਹਿੰਦਾ ਕਿ ਮੈਨੂੰ ਬੜਾ ਕਈ ਵਾਰੀ ਦੁੱਖ ਆਉਂਦਾ ਕਿ ਤੇਰੇ ਨਾਲ ਕੁਝ ਵੀ ਨਹੀਂ ਹੈ, ਤੇਰਾ ਜੀਵਨ ਬੜਾ ਔਖਾ ਜਿਹਾ ਬਤੀਤ ਹੁੰਦਾ ਹੋਏਗਾ। ਤਾਂ ਉਹਨੇ ਅੱਗੋਂ ਬੀਬੀ ਰਾਬੀਆ ਨੇ ਕਿਹਾ ਕਿ ਮੇਰਾ ਵੀ ਅਨੁਭਵ ਸੁਣ, ਤੂੰ ਇਸ ਗੱਲ ਨੂੰ ਜਾਣ ਕੇ ਦੁਖੀ ਹੁੰਨਾ ਹੈ ਕਿ ਮੇਰਾ ਨਾ ਪਰਿਵਾਰ ਹੈ, ਨਾ ਮੇਰੇ ਮੁਰੀਦ ਨੇ, ਨਾ ਕੋਈ ਮੈਂ ਸੰਘਣੀ ਆਬਾਦੀ 'ਚ ਰਹਿੰਦੀ ਹਾਂ, ਨਾ ਪਦਾਰਥ ਹੈ ਮੇਰੇ ਪਾਸ, ਨਾ ਚੰਗਾ ਮਕਾਨ ਹੈ, ਕੁਝ ਵੀ ਨਹੀਂ ਹੈ। ਤੂੰ ਇਸ ਗੱਲ ਨੂੰ ਵਾਚ ਕੇ ਦੁਖੀ ਹਾਂ, ਪਰ ਮੈਂ ਤੇਰੇ ਤੋਂ ਜ਼ਿਆਦਾ ਦੁਖੀ ਹਾਂ। ਕਹਿਣ ਲੱਗੇ ਕਿਉਂ? ਉਹ ਕਹਿਣ ਲੱਗੀ ਕਿ ਇਹ ਸਾਰਾ ਕੁਝ ਤਿਆਗਣਾ ਮੇਰੇ ਲਈ ਬੜਾ ਸੌਖਾ ਸੀ, ਘਰ ਪਰਿਵਾਰ, ਸਮਾਜ, ਸੰਪਦਾ, ਸਾਰਾ ਕੁਝ। ਕਹਿੰਦੀ ਜਿਹੜਾ ਦੇਹਾ ਦਾ ਬੰਧਨ ਬਣਿਆ ਹੋਇਆ ਹੈ ਕਿ ਦੇਹ ਦਾ ਜੀਵਨ ਜਿਹੜਾ ਰੋਜ਼ਾਨਾ ਲੋੜਾਂ ਲਈ ਮਜਬੂਰ ਕਰਦਾ ਹੈ, ਖਾਣ ਪੀਣ ਪਹਿਨਣ ਦੀਆਂ ਲੋੜਾਂ ਲਈ ਮਜਬੂਰ ਕਰਦਾ ਹੈ, ਪਹਿਨਣ ਦੀਆਂ ਲੋੜਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਕਹਿੰਦੀ ਇਹਨਾਂ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ, ਪਰ ਇਸ ਦੇਹ ਦੇ ਵਿੱਚੋਂ ਜਿਹੜੇ ਪ੍ਰਾਣਾਂ ਦੀ ਕਿਰਿਆ ਗੁਜ਼ਰ ਰਹੀ ਹੈ ਉਹ ਹਰ ਇੱਕ ਸਵਾਸ ਮੇਰੇ ਉੱਪਰ ਕਰਜ਼ ਰੂਪ ਦੇ ਵਿੱਚ ਵੱਧਦਾ ਜਾ ਰਿਹਾ ਹੈ। ਅਤੇ ਮੈਂ ਚਾਹੁੰਦੀ ਕਿ ਇਹ ਦੇਹਾ ਵੀ ਖਤਮ ਹੋ ਜਾਵੇ, ਘੱਟੋ ਘੱਟ ਮੇਰੇ ਸਿਰ ਆ ਜਿਹੜੇ ਪ੍ਰਾਣ ਹਨ ਇਹਨਾਂ ਦਾ ਅਸਫਲ ਰਹਿਣ ਦਾ ਕਰਜ਼ਾ ਤਾਂ ਘੱਟ ਰਹੇ। ਭਾਵ ਕਿ ਮੈਂ ਇਸ ਦੁੱਖ ਦੇ ਵਿੱਚ, ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ੍ਹ। ਅਤੇ ਜਿਹੜੇ ਬੰਦਗੀ ਨੇਮ ਵਿੱਚ ਪਏ ਹਨ ਉਹ ਜੀਵਨ ਦੀ ਸੰਭਾਲ ਇਸ ਤਰੀਕੇ ਨਾਲ ਕਰਦੇ ਹਨ। ਇਸ ਕਰਕੇ ਜੀਵਨ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਗੱਲ ਗਹਿਰਾਈ ਦੇ ਨਾਲ ਸਮਝੋ ਕਿ ਜੀਵਨ ਜਿਹੜਾ ਹੈ ਉਹ ਨਿਸ਼ਚਿਤ ਆਪਣੀ ਸਮਾਪਤੀ ਦੀ ਤਰਫ ਤੁਰਿਆ ਜਾ ਰਿਹਾ। ਅਲਗ ਗਜ਼ਾਲੀ ਸਾਹਿਬ ਦੇ ਜੀਵਨ ਦਾ ਇੱਕ ਨੁਕਤਾ ਆਪਦੇ ਸਨਮੁਖ ਰੱਖਦਿਆਂ, ਉਹਨਾਂ ਦੇ ਕੋਲੋਂ ਕੋਈ ਇੱਕ ਬੜਾ ਸ਼੍ਰੇਸ਼ਠ ਉੱਤਮ ਕਿਸਮ ਦਾ ਫਕੀਰ ਆਇਆ। ਉਹਨਾਂ ਨੇ ਉਹਨੂੰ ਕਿਹਾ ਕਿ ਤੁਸੀਂ ਆਪਣੇ ਜੀਵਨ ਦਾ ਕੋਈ ਅਨੁਭਵ ਮੇਰੇ ਸਾਹਮਣੇ ਰੱਖੋ। ਅਤੇ ਉਸ ਮਹਾਤਮਾ ਨੇ ਅਲਗ ਗਜ਼ਾਲੀ ਸਾਹਿਬ ਨੂੰ ਇੱਕ ਵਾਕ ਕਿਹਾ। ਉਹ ਵਾਕ ਬੜਾ ਗੌਰ ਕਰਨ ਵਾਲਾ ਹੈ। ਕਹਿੰਦੇ ਕਿ ਜਿਹੜਾ ਉਹਨਾਂ ਨੇ ਸਿਰਫ ਇੱਕ ਵਾਕ ਕਿਹਾ, ਇਹ ਜੀਵਨ ਦੇ ਵਿੱਚ ਸਮਝਣ ਦੇ ਲਈ ਅਲਗ ਗਜ਼ਾਲੀ ਸਾਹਿਬ ਕਹਿੰਦੇ ਇਹ ਭਾਂਡਾ ਖਾਲੀ ਹੁੰਦਾ ਹੈ, ਅਸੀਂ ਭਰ ਲੈਂਦੇ ਹਾਂ, ਪਰ ਜਦੋਂ ਭਰਨ ਤੋਂ ਬਾਅਦ ਪਤਾ ਲੱਗਦਾ ਕਿ ਵਸਤ ਗਲਤ ਪਾ ਲਈ ਹੈ, ਉਹਨੂੰ ਕੱਢਣ ਲੱਗਿਆ ਕਹਿੰਦੇ ਫਿਰ ਜੀਵਨ ਲੱਗ ਜਾਂਦਾ। ਅਤੇ ਫਿਰ ਜਦੋਂ ਤੱਕ ਸ਼ੁੱਧ ਵਸਤ ਪਾਉਣੀ ਹੁੰਦੀ ਹੈ
ਉਦੋਂ ਤੱਕ ਜੀਵਨ ਸਮਾਪਤ ਹੋ ਜਾਂਦਾ ਹੈ। ਇਸ ਕਰਕੇ ਇਸ ਦੇ ਵਿੱਚ ਜੋ ਕੁਝ ਪਾਉਣਾ ਹੈ ਉਹ ਉਹੀ ਪਾਇਆ ਜਾਵੇ ਜਿਹੜਾ ਬਾਅਦ ਦੇ ਵਿੱਚ ਸਾਨੂੰ ਸਕੂਨ ਦੇਵੇ। ਮਤਲਬ ਸਾਡੇ ਜਿਵੇਂ ਸਾਡੀ ਮੈਮਰੀ ਹੈ, ਇਹ ਵੀ ਇੱਕ ਭਾਂਡਾ ਹੈ। ਸਾਡਾ ਜਿਹੜਾ ਮਨ ਹੈ ਇਹ ਵੀ ਇੱਕ ਭਾਂਡੇ ਵਾਂਗ ਹੈ। ਸਾਡੀ ਜਿਹੜੀ ਸੁਰਤ ਹੈ ਹੁਣ ਕੁਦਰਤੀ ਹੈ। ਅਸੀਂ ਆਪ ਜੀ ਰੋਜ਼ਾਨਾ ਕਥਾ ਸੁਣਦੇ ਹੋ, ਜਿੱਦਣ ਕਿਤੇ ਥੋੜ੍ਹੀ ਬਹੁਤੀ ਸਮਝ ਆਉਂਦੀ ਹੋਏਗੀ ਜਾਂ ਇਕਾਗਰਤਾ ਬਣਦੀ ਹੋਏਗੀ, ਰਸ ਬਣਦਾ ਹੋਏਗਾ, ਅਤੇ ਅਗਲੇ ਦਿਨ ਜੇ ਘਰ ਦੇ ਵਿੱਚ ਗੁਰਦੁਆਰੇ ਨਹੀਂ ਵੀ ਆਏ, ਘਰ ਦੇ ਵਿੱਚ ਇਸ ਸਮੇਂ ਵਿੱਚ ਬੈਠੇ ਹੋਵਾਂਗੇ ਤਾਂ ਖਿਆਲ ਆਏਗਾ ਜੇ ਕਿਤੇ ਅੱਜ ਵੀ ਜਾਂਦੇ ਤਾਂ ਸਾਨੂੰ ਜਿਹੜਾ ਸੀ ਕੋਈ ਕਥਾ ਦਾ ਲਾਭ ਪ੍ਰਾਪਤ ਹੁੰਦਾ। ਮਤਲਬ ਸੁਰਤ ਨੇ ਕਲਪਨਾ ਐਸੀ ਕਰਨੀ ਸੀ, ਮਨ ਨੇ ਫੁਰਨਾ ਐਸਾ ਘੜਨਾ ਸੀ, ਚਿੱਤ ਦੇ ਵਿੱਚ ਕੱਲ੍ਹ ਦੀ ਯਾਦ ਆਉਣੀ ਸੀ। ਪਰ ਅਸੀਂ ਉਸ ਚਿੱਤ ਵਿੱਚ ਕੀ ਪਾਉਂਦੇ ਹਾਂ? ਸੰਸਾਰ ਦਾ ਦਵੈਸ਼, ਮਾਇਆ ਦੀਆਂ ਕਲਪਨਾਵਾਂ, ਹੋਰ ਕਈ ਕੁਝ ਪਾ ਲੈਂਦੇ ਹਾਂ ਅਤੇ ਸਾਡਾ ਜੀਵਨ ਪ੍ਰਭਾਵਿਤ ਹੁੰਦਾ। ਇਸ ਕਰਕੇ ਉਹ ਫਕੀਰ ਬਾਲਕ ਜਾਲੀ ਸਾਹਿਬ ਨੂੰ ਕਹਿਣ ਲੱਗਾ ਕਿ ਭਾਂਡਾ ਜਿਹੜਾ ਮਿਲਦਾ ਪਹਿਲਾਂ ਵਸਤ ਪਾਉਣ ਲੱਗਿਆਂ ਬਿਲਕੁਲ ਅਚੇਤ ਹਾਂ, ਪਤਾ ਨਹੀਂ ਕੀ ਕੁਝ ਪਾਈ ਗਏ ਇਹਦੇ ਵਿੱਚ। ਸੁਣਨਾ, ਦੇਖਣਾ, ਸਮਝਣਾ, ਕਰਨਾ ਕਿਸੇ ਦਾ ਵੀ ਗਿਆਨ ਨਹੀਂ ਸੀ, ਬਸ ਕਰੀ ਗਏ। ਜਿੱਦਣ ਇਹਦੀ ਵਿਚਾਰ ਕੀਤੀ ਇਹ ਬੜਾ ਮੈਲਾ ਪ੍ਰਤੀਤ ਹੋਇਆ ਅਤੇ ਫਿਰ ਜਦੋਂ ਇਹਨੂੰ ਖਾਲੀ ਕਰਨਾ ਪਿਆ ਹੋਰ ਜ਼ਿਆਦਾ ਔਖਾ ਹੋ ਗਿਆ। ਇਸ ਕਰਕੇ ਉਹ ਕਹਿਣ ਲੱਗਾ ਕਿ ਜੀਵਨ ਨੂੰ ਭਾਂਡੇ ਦੇ ਭੇਦ ਤੋਂ ਸਮਝਿਆ ਜਾ ਸਕਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ੍ਹ। ਇੱਕ ਪ੍ਰਮਾਣ ਹੋਰ ਆਪਦੇ ਸਨਮੁਖ ਰੱਖਦਿਆਂ, ਕਿਸੇ ਨਗਰ ਦੇ ਵਿੱਚ ਇੱਕੋ ਦਿਨ 2 ਸ਼ਖਸ ਜਿਹੜੇ ਚੜ੍ਹਾਈ ਕਰ ਗਏ ਅਤੇ ਨਗਰ ਦੇ ਵਿੱਚ ਚੜ੍ਹਾਈ ਕਰ ਗਏ ਅਤੇ ਕੁਦਰਤੀ ਉਸ ਨਗਰ ਦੇ ਵਿੱਚ ਕੋਈ ਫਕੀਰ ਆਇਆ ਹੋਇਆ ਸੀ। ਉਹ ਇੱਕ ਘਰ ਦੇ ਵਿੱਚ ਠਹਿਰਿਆ, ਉੱਥੇ ਉਸ ਧਨਵਾਨ ਬੰਦੇ ਦੀ ਚਰਚਾ ਕਰ ਰਹੇ ਸੀ ਕਿ ਜਿਹਦੇ ਕੋਲੋਂ ਬੜੀ ਸੰਪਦਾ ਸੀ, ਇਸ ਦੁਨੀਆ ਤੋਂ ਗੁਜ਼ਰ ਗਿਆ। ਉਹ ਜਦੋਂ ਫਕੀਰ ਦੂਜੇ ਘਰ ਦੇ ਵਿੱਚ ਗਿਆ ਤਾਂ ਉਸ ਘਰ ਦੇ ਜੀਆਂ ਦਾ ਜੀਵਨ ਦੇਖ ਕੇ ਉਹਨਾਂ ਦੇਖਿਆ ਕਿ ਉਸ ਨਗਰ ਦੇ ਵਿੱਚ ਜਿਹੜਾ ਫਕੀਰ ਚੱਲ ਗਿਆ ਇਹ ਉਹਦੀ ਚਰਚਾ ਕਰ ਰਹੇ ਹਨ। ਉਹਦੇ ਮਨ 'ਚ ਆਇਆ ਸਾਰੇ ਘਰਾਂ ਦਾ ਜਿਹੜਾ ਹੈ ਦੌਰਾ ਕਰਨਾ ਚਾਹੀਦਾ। ਹਰੇਕ ਘਰ ਦੇ ਵਿੱਚ ਗਿਆ, ਸਾਰੇ ਘਰਾਂ ਦੇ ਵਿੱਚੋਂ ਵਾਪਸ ਆ ਕੇ ਸ਼ਾਮ ਨੂੰ ਕਹਿੰਦਾ ਕਿ ਬੰਦਾ ਤਾਂ ਵੈਸੇ ਅਸਲ ਦੇ ਵਿੱਚ ਇੱਕੋ ਹੀ ਮਰਿਆ ਇਸ ਨਗਰ ਦੇ ਵਿੱਚ, ਝੂਠ ਨਹੀਂ ਮਾਰਨਾ ਚਾਹੀਦਾ। ਕਹਿੰਦੇ 2 ਮਰੇ ਹਨ। ਕੋਈ ਉਸ ਨਗਰ ਦਾ ਵਸਨੀਕ ਕਹਿਣ ਲੱਗਾ ਨਹੀਂ 2 ਬੰਦੇ ਸਾਡੇ ਨਗਰ ਦੇ ਵਿੱਚ ਚੜ੍ਹਾਈ ਕੀਤੇ ਨੇ। ਕਹਿੰਦਾ ਕਿ ਨਹੀਂ ਮੇਰੀ ਜਾਚੇ ਕਹਿੰਦਾ ਇੱਕੋ ਨੇ ਕੀਤਾ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਜੀਵਨ ਹੈ, ਜਿਹੜਾ ਮਾਇਆਧਾਰੀ ਬੰਦਾ ਇਸ ਦੁਨੀਆ ਵਿੱਚੋਂ ਗੁਜ਼ਰ ਗਿਆ, ਉਹਦੇ ਕੋਲ ਭਾਵੇਂ ਪਦਾਰਥ ਦੀ ਕਿੰਨੀ ਸਮਰੱਥਾ ਸੀ ਤਾਂ ਵੀ ਉਹਨੇ ਜਾਣ ਬੁੱਝ ਕੇ ਹੀ, ਕਿਉਂਕਿ ਉਹ ਧਰਤੀ ਨੂੰ ਦੇ ਕੁਝ ਨਹੀਂ ਸਿਰਿਆ, ਇਸ ਕਰਕੇ ਭਾਰ ਸੀ ਅਤੇ ਉਹਦਾ ਮਰਨਾ ਜਾਇਜ਼ ਸੀ। ਉਹ ਮਰ ਗਿਆ ਅਤੇ ਮਰ ਗਿਆ, ਪਰ ਫਕੀਰ ਨਹੀਂ ਮਰਿਆ। ਕਹਿੰਦਾ ਕਿਉਂਕਿ ਉਹਦੇ ਜੀਵਨ ਦੇ ਵਿੱਚ ਜਿਹੜਾ ਗਿਆਨ ਸੀ, ਉਹਦੇ ਬੰਦਗੀ ਦੀਆਂ ਜਿਹੜੀਆਂ ਝਲਕਾਂ ਇਹਨਾਂ ਲੋਕਾਂ ਨੇ ਦੇਖੀਆਂ ਸਨ, ਉਹਦੇ ਮਰਨ ਤੋਂ ਬਾਅਦ ਵੀ ਸਕੂਨ ਦੇ ਰਹੀਆਂ। ਇਸ ਕਰਕੇ ਉਹ ਫਕੀਰ ਜਿਉਂਦਾ ਹੈ, ਉਹ ਮਾਇਆਧਾਰੀ ਬੰਦਾ ਹੀ ਮਰਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਆਖੀ ਸੇਖਾ ਬੰਦਗੀ, ਦੇਹ ਚੱਲ ਜਾਏਗੀ ਇੱਥੋਂ ਤੱਕ ਕਿ ਕਬਰ ਵੀ ਖੁਰ ਜਾਏਗੀ। ਇਸ ਕਰਕੇ ਆਖਦੇ ਹਨ ਚੱਲਣ ਅੱਜ ਕੇ ਕੱਲ੍ਹ, ਪਰ ਜਿਹੜੀ ਜੀਵਨ ਦੀ ਹਾਲਤ ਹੈ ਉਹ ਅੱਜ ਕੇ ਕੱਲ੍ਹ ਦੇ ਵਿੱਚ ਨਹੀਂ ਹੋਏਗੀ। ਸਾਡਾ ਦੇਹ ਰੂਪ ਵੀ ਖਰ ਜਾਏਗਾ, ਜਿਹੜਾ ਦੇਹ ਰੂਪ ਵੀ ਖਰੇਗਾ, ਜਿਸ ਕਬਰ ਦੇ ਵਿੱਚ ਪਵਾਂਗੇ ਉਹ ਵੀ ਖਰ ਜਾਏਗੀ। ਇੱਥੋਂ ਤੱਕ ਕਿ ਜੀਵਨ ਦੇ ਵਿੱਚ ਜੋ ਕੁਝ ਸੰਜੋਇਆ ਹੈ ਉਹ ਵੀ ਖਰ ਜਾਏਗਾ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਗੀ ਖਰਨ ਵਾਲੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜੋ ਪ੍ਰਭਾਤੇ ਤਾਰੇ ਖਿਸੇ ਤਿਉਂ ਇਹ ਖਿਸੈ ਸਰੀਰ, ਇਹ 2 ਅੱਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰ। ਕਿ ਬਾਕੀ ਸਭ ਕੁਝ ਖਤਮ ਹੋਣ ਯੋਗ ਹੈ, ਇਹ ਕੁਝ ਖਤਮ ਹੋਣ ਵਾਲਾ ਨਹੀਂ ਹੈ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ, ਜੋ ਦਰਿਆ ਵੈ ਢਾਹਾ। ਤਾਂ ਹੁਣ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਮੌਤ ਦਾ ਕੰਢਾ ਇਉਂ ਦਿਸਦਾ ਹੈ ਜਿਵੇਂ ਦਰਿਆ ਢਾਹ ਲਾਉਂਦਾ ਹੋਵੇ। ਕਹਿੰਦੇ ਅੱਗੇ ਦੋਜਕ ਤੱਪਿਆ ਸੁਣੀਐ, ਕਿ ਮੌਤ ਤੋਂ ਬਾਅਦ ਦਾ ਜਿਹੜਾ ਇਸਲਾਮੀ ਜ਼ਿਕਰ ਮਿਲਦਾ ਕਿ ਅੱਗੇ ਦੋਜਖਾਂ ਦੀ ਭੈੜੀ ਅੱਗ ਦੇ ਵਿੱਚ ਸੜਨਾ ਪੈਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੁਣਿਆ ਕਿ ਅੱਗੇ ਬੜੀ ਹਾਹਾਕਾਰ ਉੱਥੇ ਮੱਚਦੀ ਹੈ, ਬੜੇ ਜੀਵ ਕਰਾਉਂਦੇ ਹਨ। ਕਹਿੰਦੇ ਇਹ ਭਾਵ ਸੁਣ ਕੇ ਇਕਨਾਂ ਨੂੰ ਸਭ ਸੋਝੀ ਆਈ। ਕਈਆਂ ਨੂੰ ਤਾਂ ਸੋਝੀ ਆ ਗਈ ਜੀਵਨ ਦੀ। ਇੱਕ ਫਿਰਦੇ ਬੇਪਰਵਾਹ, ਇੱਕ ਬੇਪਰਵਾਹ ਹੋ ਕੇ ਫਿਰ ਰਹੇ ਹਨ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਹ ਗਾਹਾ। ਇਸ ਦੁਨੀ ਦੇ ਵਿੱਚ ਜਿਹੜੇ ਅਮਲ ਕੀਤੇ ਹਨ
ਉਹ ਸਾਰੇ ਦਰਗਾਹ ਦੇ ਵਿੱਚ ਪ੍ਰਗਟ ਹੋਣਗੇ, ਉਗਾਹੀ ਭਾਵ ਗਵਾਹੀ ਦੇਣਗੇ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਲੋਕ ਦੇ ਵਿੱਚ ਪੂਰੇ ਜੀਵਨ ਦੇ ਭਾਵ ਅੰਕਿਤ ਕੀਤੇ ਹਨ। ਆਖਦੇ ਹਨ, ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਟਾਹਾ, ਕਿ ਕਾਲ ਦਾ ਵਹਿਣ ਇੰਨਾ ਜ਼ਿਆਦਾ ਤੇਜ਼ ਹੈ ਕਿ ਉਹ ਜੀਵਨ ਦੀ ਕਿਸੇ ਅਵਸਥਾ ਨੂੰ ਵੀ ਆਪਣੇ ਨਾਲ ਵਹਾ ਕੇ ਲਿਜਾ ਸਕਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਉ ਦਰਿਆਵੈ ਢਾਹਾ, ਕਿ ਜਦੋਂ ਦਰਿਆ ਢਾਹ ਲਾਉਂਦਾ ਹੈ ਹਜ਼ਾਰਾਂ ਏਕੜ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਅਤੇ ਕਹਿੰਦੇ ਇਸ ਕਰਕੇ ਸਾਨੂੰ ਇਹ ਸਮਝ ਆਈ ਹੈ ਕਿ ਜਦੋਂ ਇੰਨਾ ਕੁਝ ਵਹਿ ਜਾਂਦਾ ਹੈ ਅਸੀਂ ਕਿੱਥੇ ਥਿਰ ਲੈ ਰਵਾਂਗੇ। ਇਸ ਕਰਕੇ ਉਸ ਤੋਂ ਬਾਅਦ ਵਾਲਾ ਜੀਵਨ ਅੱਗੇ ਦੋਜਕ ਤੱਪਿਆ ਸੁਣੀਐ। ਹੁਣ ਇਸ ਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਅਰਜ਼ ਕਰ ਦੇਵਾਂ ਕਿ ਸਾਨੂੰ ਕਈ ਵਾਰੀ ਐਸਾ ਲੱਗਦਾ ਹੋਏਗਾ ਜਾਂ ਕੁਦਰਤੀ ਜਦੋਂ ਆਮ ਖਿਆਲ ਲੋਕਾਂ ਦੇ ਸੁਣੀਦੇ ਨੇ ਤਾਂ ਉਹ ਸਧਾਰਨ ਜਿਹਾ ਹੀ ਖਿਆਲ ਰੱਖਦੇ ਨੇ ਜੀ ਜਿਹੜਾ ਨਰਕ ਸੁਰਗ ਕੁਝ ਹੁੰਦਾ ਨਹੀਂ ਅਸਲ 'ਚ। ਅਤੇ ਇਹ ਨਾ ਇੱਕ ਧਰਮ 'ਚ ਜੇ ਗੱਲ ਕਹੀ ਜਾਂਦੀ ਹੈ ਤਾਂ ਸਿਰਫ ਡਰ ਦੇਣ ਲਈ ਕਹੀ ਜਾਂਦੀ ਹੈ ਵੀ ਅੱਗੇ ਕੁਝ ਇੰਝ ਦਾ ਹੁੰਦਾ। ਹੁਣ ਆਪ ਜੀ ਦੇ ਸਨਮੁਖ ਜ਼ਿਕਰ ਕਰਦਿਆਂ ਕਿ ਕਿਵੇਂ ਦਾ ਹੁੰਦਾ। ਭਗਤ ਤ੍ਰਿਲੋਚਨ ਜੀ ਦਾ ਸ਼ਬਦ ਸਾਰਿਆਂ ਨੇ ਪੜ੍ਹਿਆ। ਹੁਣ ਕੁਦਰਤੀ ਉਹ ਕੀ ਹੁੰਦਾ, ਜ਼ਿਕਰ ਆਇਆ ਅੱਗੇ ਦੋਜਕ ਤੱਪਿਆ ਸੁਣੀਐ। ਅੱਜ ਸਾਡੇ ਸਰੀਰ ਦੇ ਵਿੱਚ ਰੋਗ ਹੈ ਨਾ, ਵੈਦ ਪਾਸ ਜਾ ਸਕਦੇ ਹਾਂ। ਸਾਡੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਹੈ, ਖੁਦ ਦੇ ਯਤਨ ਨਾਲ ਪੂਰਾ ਕਰ ਸਕਦੇ ਹਾਂ, ਕਿਉਂਕਿ ਯਤਨ ਹੈ ਸਾਡੇ ਕੋਲ, ਬੁੱਧੀ ਹੈ, ਭਾਸ਼ਾ ਹੈ, ਕਈ ਕੁਝ ਹੈ। ਹੁਣ ਸਿਆਣੇ ਅਧਿਆਤਮਿਕ ਪੁਰਖਾਂ ਨੇ ਜਿਵੇਂ ਅਰਬਿੰਦੋ ਨੇ ਦਾ ਫਿਲਾਸਫੀ ਆਫ ਟ੍ਰਾਂਸਮਾਈਗ੍ਰੇਸ਼ਨ 'ਚ ਦੱਸਿਆ ਹੈ ਕਿ ਜਦੋਂ ਮਾਲਕ ਕਿਸੇ ਨਕਸ਼ ਨੂੰ ਧਰਤੀ 'ਤੇ ਭੇਜਦਾ ਹੈ, ਜਿੰਨੀ ਐਨਰਜੀ ਜਿੰਨਾ ਟਾਈਮ ਪੀਰੀਅਡ ਦੇ ਕੇ ਭੇਜਦਾ ਹੈ, ਅਤੇ ਉਹ ਇਸ ਸ੍ਰਿਸ਼ਟੀ ਦੇ ਲਈ ਉਹਦੇ ਕਰਮ ਖੇਤਰ ਦੀ ਅਭਿਆਸ ਲਈ ਭੇਜਦਾ ਹੈ। ਭਾਵ ਕਿ ਜਿਹੜਾ ਵੀ ਆਕਾਰ ਧਰਤੀ 'ਤੇ ਆਇਆ ਇਹ ਕੀ ਅਰਥ ਪੈਦਾ ਕਰਕੇ ਇੱਥੋਂ ਵਾਪਸ ਗਿਆ। ਕਹਿੰਦੇ ਉਹਦੇ ਅਰਥ ਜਿਹੜੇ ਹਨ ਕਿਸੇ ਵੀ ਨੁਕਤੇ ਤੋਂ ਨਿਸ਼ਚਿਤ ਕੀਤੇ ਜਾ ਸਕਦੇ ਹਨ। ਇਹਨੇ ਵੱਡੀ ਬੰਦਗੀ ਕੀਤੀ, ਵੱਡੀ ਗਿਆਨ ਦੀ ਕਮਾਈ ਕੀਤੀ, ਜਾਂ ਕਿਸੇ ਵੱਡੀ ਕਲਾ ਦਾ ਕੋਈ ਪੱਖ ਕਮਾਇਆ ਕਿਸੇ ਵੀ ਨੁਕਤੇ ਤੋਂ, ਜਾਂ ਪਰਉਪਕਾਰ ਦਾ ਵੱਡਾ ਕੋਈ ਪੱਧਰ ਕਮਾਇਆ। ਕਹਿੰਦੇ ਇਹ ਅਰਥ ਜਿਹੜੇ ਹਨ ਇਹ ਪਰਮੇਸ਼ਵਰੀ ਹੁੰਦੇ ਨੇ। ਅਤੇ ਜੇ ਬੰਦਾ ਦੇਹ ਦੀ ਇੰਨੀ ਐਨਰਜੀ ਸਾਰੇ ਕੁਝ ਨੂੰ ਧਾਰ ਕੇ ਧਰਤੀ ਦੇ ਇੰਨਾ ਮੀਨਿੰਗ ਦੀ ਪੂਰਤੀ ਨਹੀਂ ਕਰਦਾ ਤਾਂ ਜਿਹੜੀ ਸ੍ਰਿਸ਼ਟੀ ਹੈ ਜਿੰਨਾ ਤਾਣ ਉਹਨੇ ਬੰਦੇ ਦੀ ਦੇਹ ਨੂੰ ਸਿਰਜਣ ਦੇ ਲਈ ਲਾਇਆ ਹੁੰਦਾ ਹੈ ਓਨੀ ਐਨਰਜੀ ਦਾ ਭੁਗਤਾਨ ਫਿਰ ਕਿਸੇ ਨਾ ਕਿਸੇ ਪ੍ਰੋਸੈਸ ਵਿੱਚ ਪਾ ਕੇ ਪੂਰਾ ਕਰਵਾ ਲੈਂਦੀ ਹੈ। ਬੰਦਾ ਹੋ ਕੇ ਧਰਤੀ ਦਾ ਰੁਪਈਏ ਦਾ ਭਲਾ ਨਹੀਂ ਕੀਤਾ, ਪਰ ਕੁਦਰਤ ਨੇ ਤਾਂ ਜਿਹੜਾ ਇਹਨੂੰ ਤੇਜ ਦਿੱਤਾ ਸੀ, ਬਲ ਦਿੱਤਾ ਸੀ, ਉਹਦਾ ਤਾਂ ਉਹਨੇ ਪੂਰਾ ਦਾ ਪੂਰਾ ਹਿਸਾਬ ਲੈਣਾ ਹੈ। ਤਾਂ ਉਹ ਫਿਰ ਕੀ ਕਰਦੀ ਹੈ ਕਿ ਇਸ ਨੂੰ ਇੱਕ ਪਸ਼ੂ ਦੀ ਜੂਨ ਵਿੱਚ ਪਾ ਦਿੰਦੀ ਹੈ। ਫਿਰ ਉਹਦਾ ਮਲ ਵੀ ਪ੍ਰਯੋਗ ਹੁੰਦਾ ਹੈ, ਹੱਡੀਆਂ ਵੀ ਪ੍ਰਯੋਗ, ਚਮੜਾ ਵੀ ਪ੍ਰਯੋਗ, ਦੁੱਧ ਦਾ ਵੀ ਪ੍ਰਯੋਗ, ਕਈ ਤਰ੍ਹਾਂ ਦੇ ਪ੍ਰਯੋਗ। ਇਸ ਕਰਕੇ ਸਾਨੂੰ ਬਾਣੀ ਦੇ ਵਿੱਚ ਤਾਂ ਕਰਕੇ ਵਾਕ ਜੋ ਆਉਂਦੇ ਨਾ 84 ਲੱਖ ਜੂਨ ਸਬਾਈ ਮਾਣਸ ਕਉ ਪ੍ਰਭ ਦੀ ਵਡਿਆਈ, ਕਿ ਉਂਝ ਜੂਨਾਂ ਸਾਰੀਆਂ ਬੰਦੇ ਤੋਂ ਵੈਸੇ ਤਾਂ ਅੱਗੇ ਹੀ ਨੇ, ਪਰ ਮਾਲਕ ਨੇ ਇਹਨੂੰ ਚੇਤਨਾ ਦੇ ਕੇ, ਇਹਨੂੰ ਭਾਸ਼ਾ ਦੇ ਕੇ, ਇੱਕ ਬੁੱਧ ਦੇ ਕੇ ਇਹਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਕਿ ਤੂੰ ਇਹਨਾਂ ਤੋਂ ਅੱਗੇ ਲੰਘ ਜਾ। ਬੰਦਾ ਤਾਂ ਕਿਸੇ ਜੂਨ ਤੋਂ ਵੀ ਅੱਗੇ ਨਹੀਂ ਲੰਘ ਸਕਦਾ ਜੇ ਠੀਕ ਤਰੀਕੇ ਨਾਲ ਵਿਚਾਰ ਕਰੀਏ। ਕੀੜੀ ਦਾ ਉੱਦਮ ਦੇਖ ਲਈਏ ਨਾ ਤਾਂ ਬੰਦਾ ਉਹਦੀ ਬਰਾਬਰੀ ਨਹੀਂ ਕਰ ਸਕਦਾ। ਸ਼ਾਇਦ ਹੀ ਹੈ ਕੋਈ ਕੀੜੀ ਸੁਸਤ ਜੀ ਕਿਸੇ ਜਗ੍ਹਾ ਲੱਭ ਜੇ, ਹਰ ਵੇਲੇ ਚੱਲਦੀ ਰਹਿੰਦੀ ਹੈ। ਜੀਵਨ ਦਾ ਕਿਸੇ ਵੀ ਜੂਨ ਦੇ ਸਾਹਮਣੇ ਕਿਸੇ ਪੱਖ ਤੋਂ ਆਪਣੇ ਸਾਹਮਣੇ ਰੱਖ ਲਓ। ਗਧਾ ਹੈ ਨਾ, ਗਧਾ ਜਿਹਨੂੰ ਅਸੀਂ ਆਖਦੇ, ਇੱਕ ਵਾਰੀ ਉਹਦਾ ਮਾਲਕ ਭਾਰ ਲੱਦ ਕੇ ਨਾ ਉਦੋਂ ਅੱਗੋਂ ਬਾਗਾਂ ਤੋਂ ਪਕੜ ਕੇ ਜਿਸ ਜਗ੍ਹਾ ਭਾਰ ਸੁੱਟਣਾ ਹੁੰਦਾ ਇੱਕ ਵਾਰੀ ਆਉਂਦੀ ਲਿਜਾਂਦਾ, ਸਿਰਫ ਇੱਕ ਵਾਰੀ। ਮੈਂ ਅੰਮ੍ਰਿਤਸਰ ਦੇ ਵਿੱਚ ਗਵਾਲ ਮੰਡੀ 'ਚ ਦ੍ਰਿਸ਼ ਦੇਖੇ ਹੋਏ ਨੇ। ਇੱਕ ਵਾਰੀ ਦੱਸਦਾ ਸ਼ਹਿਰ ਦੀ ਇੰਨੇ ਭੀੜ ਭੜੱਕੇ ਦੇ ਵਿੱਚੋਂ ਗਧੇ ਨੂੰ ਇੱਕ ਵਾਰੀ ਭਾਰ ਲੱਦ ਲੈਂਦਾ ਉਹਦੇ 'ਤੇ, ਇੱਕ ਵਾਰੀ ਦਿਖਾ ਕੇ ਕਿ ਇੱਥੇ ਸੁੱਟਣਾ, ਦੂਜੀ ਵਾਰੀ ਉੱਥੋਂ ਬੈਠਾ ਭਾਰ ਲੱਦੀ ਜਾਂਦਾ ਹੈ। ਗਧੇ ਨੂੰ ਰਾਹ 'ਚ 50 ਮੁਸ਼ਕਿਲ ਆਉਣ, ਆਪਣਾ ਰਾਹ ਨਹੀਂ ਭੁੱਲਦਾ, ਉੱਥੇ ਜਾ ਕੇ ਭਾਰ ਸੁੱਟਦਾ। ਬੜੀ ਬਰੀਕੀ ਨਾਲ ਦੇਖਿਆ ਹੋਇਆ। ਧਰਮ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ ਕਿ ਦਇਆ ਅੰਦਰ ਰੱਖਣੀ ਹੈ, ਖਿਮਾ ਦਾ ਗੁਣ ਧਾਰਨ ਕਰਨਾ ਹੈ। ਗੁਰੂ ਨੇ ਜੋ ਨੇਮ ਦ੍ਰਿੜ ਕਰਵਾਏ ਨੇ ਸਵੇਰ ਸ਼ਾਮ ਦੇ ਉਹ ਪੱਲੇ ਬੰਨਣੇ ਨੇ। ਸ਼ੁੱਧ ਕਿਰਤੀ ਹੋਣਾ ਰੋਜ਼ ਰੋਜ਼ ਦੱਸ ਰਿਹਾ, ਪਰ ਰੋਜ਼ ਰੋਜ਼ ਸਮਝ ਨਹੀਂ ਪੈ ਰਹੀ। ਇਸ ਕਰਕੇ ਗਧੇ ਤੋਂ ਵੀ ਪਿੱਛੇ ਹੈ। ਜੀਵਨ ਦੇ ਵਿੱਚ ਕਿਸੇ ਜੂਨ ਦੀ ਗਿਣਤੀ ਕਰ ਲਓ। ਇਸ ਕਰਕੇ ਬਾਬਾ ਜਿਵੇਂ ਸੂਰ ਦੇ ਨਾਲ ਅਸੀਂ ਆਪਣੀ ਤੁਲਨਾ ਕਰ ਲਈਏ, ਸੂਰ ਆਪਣੀ ਜ਼ਿੰਦਗੀ ਦਾ ਨਿਰਵਾਹ ਗੰਦਗੀ ਤੋਂ ਕਰਦਾ ਹੈ,
ਪਰ ਉਹਦੀ ਗੰਦਗੀ ਕਰਕੇ ਜਿਹੜੀ ਹੈ ਥੋੜ੍ਹਾ ਬਹੁਤਾ ਜਿਹੜੀ ਗੰਦਗੀ ਹੈ ਉਹ ਬਚੀ ਰਹਿੰਦੀ ਹੈ। ਉਹਦਾ ਥੋੜ੍ਹਾ ਬਹੁਤਾ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੀ ਕਬੀਰ ਸਾਕਤ ਤੇ ਸੂਕਰ ਭਲਾ ਰਾਖੈ, ਆਸ਼ਾ ਗਾਓ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਉਹਨੂੰ। ਸੂਰ ਇੱਕ ਜਾਨਵਰ ਹੋ ਕੇ ਮਾੜਾ ਮੋਟਾ ਆਲੇ ਦੁਆਲੇ ਨੂੰ ਸਾਫ਼ ਰੱਖਣ ਦਾ ਕਾਰਜ ਕਰਦਾ ਹੈ। ਬੰਦਾ ਹੋ ਕੇ ਧਰਤੀ ਦੇ ਹਰੇਕ ਹਿੱਸੇ ਨੂੰ ਕੂੜੇ ਕਰਕਟ ਨਾਲ ਭਰ ਰਹੇ ਆ, ਸੂਰ ਤੋਂ ਵੀ ਪਿੱਛੇ ਆ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਇਸ ਕਰਕੇ ਅੱਗੇ ਦੋਜਕ ਤੱਪਿਆ ਸੁਣੀਆਂ ਦਾ ਭਾਵ ਇਹ ਹੈ ਕਿ ਮਾਲਕ ਨੇ ਫਿਰ ਉਸ ਨੇਮ ਦੇ ਵਿੱਚ ਪਾ ਕੇ ਓਨਾ ਹੀ ਬਲ ਦਾ ਪ੍ਰਯੋਗ ਤੁਹਾਡੇ ਕੋਲੋਂ ਕਰਵਾ ਲੈਣਾ ਜਿੰਨੇ ਬਲ ਨੂੰ ਅਸੀਂ ਠੀਕ ਰੂਪ ਦੇ ਵਿੱਚ ਨਹੀਂ ਭੁਗਤੇ ਹਾਂ। ਕਿਉਂਕਿ ਉਦਾਹਰਨ ਦੇ ਤੌਰ 'ਤੇ ਆ ਘਰਾਂ ਦੇ ਵਿੱਚ ਮਜ਼ਦੂਰ ਲਾਈਏ ਨਾ ਤਾਂ ਬੰਦਾ ਸਮਝਦਾ ਕਿ ਇਹਦੇ ਅੰਦਰ ਭਾਵੇਂ ਸੱਤਿਆ ਹੈ ਨਹੀਂ ਕੰਮ ਕਰਨ ਦੀ ਜਾਂ ਨਹੀਂ, ਮੈਂ ਤਾਂ ਸਵੇਰੇ 9 ਤੋਂ 6 ਵਜੇ ਤੱਕ 5 ਵਜੇ ਤੱਕ ਕਰਵਾਉਣਾ ਹੀ ਕਰਵਾਉਣਾ। ਇਸ ਕਰਕੇ ਮਾਲਕ ਨੇ ਸਾਡੀ ਇੰਨੀ ਅਮੋਲਕ ਦੇਹ ਨੂੰ ਰਚ ਕੇ ਇੱਥੇ ਭੇਜਿਆ ਹੈ ਅਤੇ ਇੱਥੇ ਜਿੰਨੀ ਅਸੀਂ ਕਰਮਸ਼ੀਲਤਾ ਕਮਾਉਂਦੇ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਜਿਵੇਂ ਪੁਛਿਆ ਅਸਮਾਨ ਫਰੀਦਾ ਖੇਵਟ ਕਿੰਨ ਗਏ। ਧਰਤੀ ਦੇ ਜਿਹੜੇ ਹਿੱਸੇ ਵਿੱਚ ਅਸੀਂ ਕਰਮ ਕੀਤਾ ਹੈ ਉਹ ਸਾਈਲੈਂਟਲੀ ਧਰਤੀ ਆਕਾਸ਼ ਨੂੰ ਬੋਲ ਕੇ ਦੱਸੇਗੀ ਕਿ ਫਲਾਣਾ ਬੰਦਾ ਇੱਥੇ ਉਤਰਿਆ ਸੀ ਧਰਤੀ ਦੇ, ਉਹਨੇ ਆਹ ਹਿੱਸੇ 'ਚ ਆਹ ਕੰਮ ਕੀਤਾ ਹੈ, ਉਹਦਾ ਆਹ ਇਵਜ਼ ਬਣਦਾ, ਉਹਦੇ ਕੋਲੋਂ ਇਵੇਂ ਉਤਰਵਾਇਆ ਜਾਵੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਅੱਗੇ ਦੋਜਕ ਤੱਪਿਆ ਸੁਣੀਆਂ ਦਾ ਭਾਵ ਇਹ ਹੈ ਕਿ ਅੱਜ ਵਾਸਨਾ ਕਰਕੇ ਵਕਾਰ ਚੰਗੇ ਲੱਗਦੇ ਨੇ, ਪਰ ਜਦੋਂ ਉਸ ਤਰ੍ਹਾਂ ਦੀ ਭਟਕਣ ਵਿੱਚ ਪੈਣਾ ਪੈਂਦਾ ਹੈ ਫਿਰ ਬੜਾ ਦੁੱਖ ਹੁੰਦਾ ਹੈ। ਇਸ ਕਰਕੇ ਭਗਤ ਤਰਲੋਚਨ ਜੀ ਦਾ ਸ਼ਬਦ ਬੜਾ ਗਹਿਰਾ ਵਾਚਣ ਵਾਲਾ, ਉਹਨਾਂ ਨੇ ਉਹਦਾ ਜ਼ਿਕਰ ਕੀਤਾ ਹੈ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਨ ਵੱਲ ਵੱਲ ਉਤਰੈ। ਉਹਦਾ ਭਾਵ ਕੀ ਹੈ ਕਿ ਕੁਦਰਤ ਨੇ ਤੈਨੂੰ ਪੁਰਖ ਬਣਾ ਕੇ ਭੇਜਿਆ, ਸਾਰੀ ਜ਼ਿੰਦਗੀ ਇਸਤਰੀ ਦੀ ਵਾਸਨਾ ਵਿੱਚ ਲਿਪਤ ਰਿਹਾ। ਇਹਦਾ ਮਤਲਬ ਕੁਦਰਤ ਨੇ ਤੈਨੂੰ ਫਿਰ ਬੰਦਾ ਬਣਾ ਕੇ ਗਲਤੀ ਕਰ ਦਿੱਤੀ, ਪਰ ਕੁਦਰਤ ਗਲਤ ਕਰਦੀ ਨਹੀਂ। ਉਹਨੇ ਕਿਹਾ ਠੀਕ ਹੈ ਤੈਨੂੰ ਬੁੱਧੀ ਦਿੱਤੀ, ਤੂੰ ਇਹਦਾ ਪ੍ਰਯੋਗ ਇਸਤਰੀ ਵਾਸਨਾ ਲਈ ਕੀਤਾ, ਤੈਨੂੰ ਹੁਣ ਇਹੋ ਜਿਹੇ ਨਿਜ਼ਾਮ ਦੇ ਵਿੱਚ ਪਾਵਾਂਗੀ ਕਿ ਸਾਰੀ ਜ਼ਿੰਦਗੀ ਇਸ ਵਾਸਨਾ ਦੀ ਜ਼ਬਰਦਸਤੀ ਵੀ ਪੂਰਤੀ ਕਰਨਗੇ ਤੇਰੇ ਤੋਂ ਲੋਕ। ਇਸ ਕਰਕੇ ਉਹ ਜ਼ਿਕਰ ਆਉਂਦਾ ਹੈ ਕਿਉਂਕਿ ਅਸੀਂ ਇੱਥੇ ਜੋ ਕੁਝ ਨੋਟ ਕੀਤਾ ਹੈ, ਜਿਹੜੇ ਹਿੱਸੇ 'ਚ ਬਹਿ ਕੇ ਜਿਹੜਾ ਕਰਮ ਕੀਤਾ ਹੈ ਉਹ ਸਾਰਾ ਸਾਡਾ ਕਰਮ ਵੇ ਜਿਹੜਾ ਹੈ। ਬਾਣੀ 'ਚ ਵਾਕ ਆਉਂਦਾ ਨਾ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਕਿ ਧਰਮਰਾਜ ਦਾ ਮਤਲਬ ਇਸ ਧਰਤੀ 'ਤੇ ਆ ਕੇ ਪਾਪ ਦੀ ਅਵਗੁਣਤਾ ਦੀ ਅਸੀਂ ਸਾਧਨਾ ਨਹੀਂ ਕਰ ਸਕਦੇ, ਇੱਥੇ ਪਵਿੱਤਰ ਰਹਿ ਕੇ ਜਿਉਣਾ ਪਏਗਾ। ਪਰ ਜੇ ਅਵਗੁਣਾ ਦੀ ਕਰਾਂਗੇ ਤਾਂ ਇਹ ਧਰਤੀ ਸੱਦ ਦੇ ਕੇ ਸਾਡਾ ਨਿਰਣਾ ਕਰਵਾਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਗੇ ਦੋਜਕ ਤੱਪਿਆ ਸੁਣੀਐ। ਜੇ ਤੁਸੀਂ ਮੰਨਦੇ ਹੋ ਵੀ ਨਹੀਂ ਨਰਕ ਹੈਗਾ, ਅਤੇ ਜਦੋਂ ਉਹੀ ਦੇਹ ਮੁੜ ਕੇ ਫਿਰ ਧਰਤੀ 'ਤੇ ਆਉਂਦੀ ਹੈ, ਅੱਜ ਥੋੜ੍ਹੀ ਜਿਹੀ ਦਰਦ ਹੁੰਦੀ ਹੈ, ਰਾਤ ਨੂੰ 12 ਵਜੇ ਪਰਿਵਾਰ ਨੂੰ ਆਵਾਜ਼ ਮਾਰਦੇ ਹੋ, ਪਰਿਵਾਰ ਵੀ ਹਾਜ਼ਰ ਅਤੇ ਸ਼ਹਿਰ ਦਾ ਡਾਕਟਰ ਵੀ ਹਾਜ਼ਰ। ਜਾਨਵਰ ਹੋ ਕੇ ਕਿੱਲੇ 'ਤੇ ਬੱਧਾ ਹੈ, ਭਾਵੇਂ ਸਿਰ ਮਾਰ ਮਾਰ ਕੇ ਸਾਰੀ ਰਾਤ ਤੰਗ ਹੁੰਦਾ ਰਵੇ, ਪਰਿਵਾਰ ਵਾਲੇ ਕਹਿੰਦੇ ਕੋਈ ਨਾ ਸਵੇਰੇ ਦੇਖਾਂਗੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਅੱਗੇ ਦੋਜਕ ਤੱਪਿਆ ਸੁਣੀਐ। ਜਿੰਨਾ ਚਿਰ ਅਸੀਂ ਪਵਿੱਤਰਤਾ ਦੇ ਨਾਲ ਆਪਣੇ ਜੀਵਨ ਦੀ ਕਰਮਸ਼ੀਲਤਾ ਨਹੀਂ ਕਮਾਉਂਦੇ, ਸ੍ਰਿਸ਼ਟੀ ਉਸ ਚੱਕਰ ਨੂੰ ਬਣਾਈ ਰੱਖਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰ ਵਾਹ। ਇੱਕ ਨਾ ਨੂੰ ਇਹ ਗੱਲ ਸੁਣ ਕੇ ਸੋਝੀ ਆ ਗਈ, ਜਿਨ੍ਹਾਂ ਦੀ ਬੁੱਧੀ ਮਾੜੀ ਮੋਟੀ ਕੰਮ ਕਰਦੀ ਸੀ ਉਹਨਾਂ ਨੂੰ ਸੋਝੀ ਆ ਗਈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਫਿਰਦੇ ਵੇ ਪਰਵਾਹ, ਇੱਕਨਾਂ ਨੂੰ ਇਸ ਗੱਲ ਦੀ ਫਿਰ ਵੀ ਪਰਵਾਹ ਨਹੀਂ। ਉਹ ਆਪਣੇ ਜੀਵਨ ਦੇ ਹੋਰ ਰੰਗ ਰਲੀਆਂ ਦੇ ਵਿੱਚ ਹੀ ਜਿਹੜੇ ਹਨ ਮਸਤ ਹਨ। ਹੁਣ ਇੱਕਨਾਂ ਨੂੰ ਸਭ ਸੋਝੀ ਆਈ ਦਾ ਭਾਵ ਇਹ ਹੈ, ਹੁਣ ਉਦਾਹਰਨ ਦੇ ਤੌਰ 'ਤੇ ਜੇ ਅਸੀਂ ਵਿਸ਼ੇਵਾਰ ਗੱਲ ਕਰੀਏ ਤਾਂ ਇਹਦੇ ਕਈ ਪੜਾਅ ਹੋ ਸਕਦੇ ਨੇ, ਕਈ ਨੁਕਤੇ ਹੋ ਸਕਦੇ ਨੇ। ਮਨੁੱਖ ਨੂੰ ਪੈਸੇ ਦੀ ਸੋਝੀ ਜਿਹੜੀ ਹੈ ਨਾ 10 ਕੁ ਸਾਲ ਤੱਕ ਆ ਜਾਂਦੀ ਹੈ, ਲਗਭਗ ਪਤਾ ਲੱਗ ਜਾਂਦਾ ਪੈਸਾ ਕੀ ਚੀਜ਼ ਹੈ। ਉਹ ਆਪਣੀ ਬੁਗਨੀ ਲਾ ਲੈਂਦਾ, ਪੈਸੇ ਜੋੜੀ ਜਾਂਦਾ ਹੈ, ਫਿਰ ਉਹਦੇ ਨਾਲ ਕੋਈ ਚੀਜ਼ ਖਰੀਦ ਲੈਂਦਾ ਹੈ। ਖਾਣ ਪੀਣ ਪਹਿਨਣ ਦੀ ਸੁੱਧ ਵੀ ਲਗਭਗ 5-7 ਸਾਲ ਤੱਕ ਚੰਗੀ ਤਰ੍ਹਾਂ ਆ ਜਾਂਦੀ ਹੈ। ਘੁੰਮਣ ਫਿਰਨ ਦੀ ਸੁੱਧ ਵੀ ਆ ਜਾਂਦੀ ਹੈ। ਵਿਸ਼ੇ ਵਿਕਾਰਾਂ ਭੋਗਣ ਦਾ ਵੀ ਪਤਾ ਲੱਗ ਜਾਂਦਾ ਹੈ। ਸੰਸਾਰ ਦੇ ਤਲ 'ਤੇ ਪ੍ਰਸਿੱਧ ਕਿਵੇਂ ਹੋਣਾ ਹੈ ਇਹਦਾ ਵੀ ਇਲਮ ਬੜੀ ਛੇਤੀ ਹੋ ਜਾਂਦਾ ਹੈ। ਪਰ ਇਹੀ ਇਲਮ ਛੇਤੀ ਨਹੀਂ ਹੁੰਦਾ ਕਿ ਜੀਵਨ ਨੂੰ ਭਗਤੀ ਜਾਂ ਸ਼ੁਭ ਗੁਣਾਂ ਦੇ ਸਹਿਤ ਕਿਵੇਂ ਅਲੰਕ੍ਰਿਤ ਕਰਨਾ ਹੈ। ਦੁਨੀਆ ਦੇ ਵਿੱਚ ਆਪਣਾ ਅਹੰਕਾਰ ਅਤੇ ਕ੍ਰੋਧ ਇਹਨੂੰ ਰਲਾ ਕੇ ਇੱਕ ਹੈਂਕੜ ਬਣਾਈ ਹੋਈ ਹੈ ਅਤੇ ਉਹਨੂੰ ਆਪਣੀ ਖੂਬਸੂਰਤੀ ਮੰਨਦਾ ਹੈ।
ਪਰ ਦਇਆ ਅਤੇ ਖਿਮਾ ਨੂੰ ਰਲਾ ਕੇ ਆਪਣੇ ਜੀਵਨ ਦੇ ਵਿੱਚ ਸਤਿਪੁਰਖ ਕਿਵੇਂ ਬਣਨਾ ਹੈ, ਇਹਦੀ ਸੋਝੀ ਕੋਲ ਨਹੀਂ ਹੈ। ਜੀਵਨ ਦੇ ਵਿੱਚ ਪਦਾਰਥਾਂ ਦਾ ਮੋਹ ਅਤੇ ਲੋਭ ਨੂੰ ਰਲਾ ਕੇ ਸਿਰੇ ਦਾ ਮਾਇਆਧਾਰੀ ਬਣਿਆ ਪਿਆ ਹੈ। ਦਾਨ ਅਤੇ ਪਰਉਪਕਾਰ ਨੂੰ ਰਲਾ ਕੇ ਸਤਿਪੁਰਖ ਕਿਵੇਂ ਬਣਿਆ ਜਾਣਾ ਹੈ, ਇਹਦੀ ਸੋਝੀ ਬੰਦੇ ਕੋਲ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਨਾ ਨੂੰ ਸਭ ਸੋਝੀ ਆਈ। ਇੱਕ ਜਾਪਾਨੀ ਕਥਾ ਸਾਹਿਤ ਦੇ ਵਿੱਚ ਨਾ ਇੱਕ ਕਹਾਣੀ ਮਿਲਦੀ ਹੈ। ਕਿਸੇ ਜਗ੍ਹਾ ਸਰਾਂ ਦੇ ਵਿੱਚ ਦੋ ਸੇਠ ਠਹਿਰੇ। ਰਾਤ ਇੱਕ ਦੀ ਚੋਰੀ ਹੋ ਗਈ। ਉਹ ਜਦੋਂ ਸਵੇਰੇ ਉੱਠ ਕੇ ਰੌਲਾ ਪਾਉਣ ਲੱਗ ਪਿਆ ਮੇਰੀ ਚੋਰੀ ਹੋ ਗਈ, ਜਿਹੜਾ ਦੂਜਾ ਸੀ ਅਤੇ ਉਹਨੂੰ ਕਹਿਣ ਲੱਗਾ ਤੇਰੇ ਕੋਲੋਂ ਕੀ ਹੈ? ਉਹ ਕਹਿਣ ਲੱਗਾ ਮੇਰੇ ਕੋਲੋਂ ਇਕੱਲਾ ਭਾਰ ਹੀ ਹੈ। ਉਹ ਅੱਗੇ ਚਲਾ ਗਿਆ। ਜਦੋਂ ਅੱਗੇ ਉੱਥੋਂ ਨਿਕਲ ਆਏ, ਉਹਦੇ ਨਾਲ ਜਿਹੜਾ ਕੋਈ ਉਹਦਾ ਨੌਕਰ ਚਾਕਰ ਸੀ, ਕਹਿੰਦਾ ਤੁਸੀਂ ਉਹਨੂੰ ਭਾਰ ਕਿਉਂ ਕਿਹਾ? ਕਹਿੰਦਾ ਉਹਨੇ ਕੱਲ੍ਹ ਸ਼ਾਮ ਜਦੋਂ ਉਤਰਿਆ ਸੀ ਸਰਾਂ ਦੇ ਵਿੱਚ ਕਿਸੇ ਨੂੰ ਦੱਸਿਆ ਸੀ ਕਿ ਮੇਰੇ ਪਾਸ ਇੰਨੀ ਜ਼ਿਆਦਾ ਸੰਪੱਤੀ ਹੈ। ਕਹਿੰਦਾ ਜਿੰਨੇ ਸੁਣਿਆ ਉਹਨੇ ਰਾਤ ਚੋਰੀ ਕਰ ਲਈ। ਮੈਂ ਭਾਰ ਤਾਂ ਕਿ ਅਗਲੇ ਨੂੰ ਲੱਗੇਗਾ ਕਿ ਮੇਰੇ ਕੋਲ ਤਾਂ ਕੋਈ ਕੀਮਤੀ ਹੈ ਹੀ ਨਹੀਂ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਇੱਕ ਨਾ ਨੂੰ ਸਭ ਸੋਝੀ ਆਈ। ਇੰਨਾ ਕੁਝ ਸਾਨੂੰ ਜੀਵਨ ਦਾ ਮੋਲਕ ਮਿਲਿਆ, ਪ੍ਰਾਣ ਕਾਇਆ ਬੁੱਧੀ ਸਾਰਾ ਕੁਝ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਦੇ ਤੋਂ ਜਦੋਂ ਬੇਖਬਰ ਰਹਿੰਦੇ ਹਾਂ ਇਹਦੀ ਲੁੱਟ ਹੋ ਜਾਂਦੀ ਹੈ, ਪਰ ਜਦੋਂ ਸੁਚੇਤ ਹੋਈਏ ਤਾਂ ਫਿਰ ਸੋਝੀ ਆ ਜਾਂਦੀ ਹੈ ਕਿ ਹਰੇਕ ਕਰਮ ਦੇ ਨਾਲ ਵਿਸ਼ੇਸ਼ ਸਾਧਨਾ ਕਰਨੀ। ਕਹਿੰਦੇ ਕਿ ਫਿਰਦੇ ਬੇਪਰਵਾਹ ਇੰਨੇ ਜ਼ਿਆਦਾ ਬੇਪਰਵਾਹ ਹਨ ਕਿ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਧਰਮ ਦਾ ਅਮਲ ਨਹੀਂ ਦਿਖਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹ ਓਗਾਹਾ, ਕਿ ਦੁਨੀ ਦੇ ਵਿੱਚ ਜਿੰਨੇ ਅਮਲ ਕਮਾਏ ਹਨ ਸੇ ਓਗਾਹਾ ਦਾ ਭਾਵ ਹੈ। ਹੁਣ ਇਹਦਾ ਦਰਗਾਹ ਦਾ ਭਾਵ ਹੀ ਅਰਜ਼ ਕਰਦੇ ਅਸੀਂ ਨਾ ਬਹੁਤੀ ਵਾਰੀ ਕਲਪਨਾ ਕਰਦੇ ਹਾਂ ਕਿ ਜਿਵੇਂ ਦੀ ਆਹ ਦੁਨੀਆ ਐਵੇਂ ਦੇ ਕੁਝ ਆਕਾਸ਼ ਵਿੱਚ ਬਣਿਆ ਹੋਇਆ ਹੈ। ਜਿਵੇਂ ਦੁਨਿਆਵੀ ਅਦਾਲਤਾਂ ਵਿੱਚ ਝਗੜੇ ਨਿਪਟਾਰੇ ਹੁੰਦੇ ਨੇ, ਨਿਆਂ ਹੁੰਦਾ, ਉਂਝ ਹੀ ਕਿਤੇ ਹੋਰ ਹੁੰਦਾ ਹੋਏਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੇ ਦਰਗਹ ਓਗਾਹਾ ਦਾ ਮਤਲਬ ਇਹ ਹੈ ਕਿ ਜਦੋਂ ਸਾਡਾ ਜੀਵਨ ਬਿਨਸ ਜਾਂਦਾ ਹੈ ਤਾਂ ਜੀਵਨ ਦੇ ਦੋ ਭਾਗ ਹੁੰਦੇ ਹਨ। ਇੱਕ ਹੈ ਜਿਹੜਾ ਸ਼ਮਸ਼ਾਨ ਦੇ ਵਿੱਚ ਜਲ ਗਿਆ, ਇੱਕ ਹੈ ਜਿਹੜਾ ਅੰਦਰੋਂ ਬਾਕੀ ਰਹਿ ਗਿਆ। ਦੇਹ ਤਾਂ ਜਲ ਜਾਂਦੀ ਹੈ, ਪਰ ਮਨ ਦੇ ਤਲ ਕਰਕੇ ਜਿੰਨੇ ਵਿਕਾਰਾਂ ਦੀ ਜਾਂ ਜਿਵੇਂ ਦੇ ਕਰਮਾਂ ਦੀ ਸਾਧਨਾ ਕੀਤੀ ਹੈ ਉਹ ਚਿੱਤ ਰੂਪ ਦੇ ਵਿੱਚ ਉਵੇਂ ਹੀ ਬਣੀ ਰਹਿੰਦੀ ਹੈ। ਉਹਨੂੰ ਸੂਖਸ਼ਮ ਸਰੀਰ ਕਹਿੰਦੇ ਹਨ। ਅਤੇ ਉਸ ਸੂਖਸ਼ਮ ਸਰੀਰ ਨੂੰ ਜਦੋਂ ਪਵਿੱਤਰ ਦੇਹ ਦੇ ਮੁਕਾਬਲੇ ਰੱਖਿਆ ਜਾਂਦਾ ਹੈ ਅਤੇ ਫਿਰ ਪਤਾ ਲੱਗ ਜਾਂਦਾ। ਜਿਵੇਂ ਹੁਣ ਜਿਹੜੀ ਸਫੈਦੀ ਹੈ ਉਹਦਾ ਮਹੱਤਵ ਦੇਖਣਾ ਹੋਵੇ ਤਾਂ ਨੇੜੇ ਮੈਲਾ ਰੱਖ ਦਿਓ। ਜਿਵੇਂ ਚਿੱਟੇ ਕੱਪੜੇ ਦੀ ਕੀਮਤ ਜਾਣਨੀ ਹੋਵੇ ਅਤੇ ਨੇੜੇ ਕੋਈ ਦੂਜਾ ਚਿੱਟਾ ਕੱਪੜਾ ਮੈਲਾ ਰੱਖ ਦਿਓ, ਪਤਾ ਲੱਗ ਜਾਏਗਾ। ਇੰਝ ਜਦੋਂ ਸਾਡੀ ਪਵਿੱਤਰ ਸਰੂਪ ਜਿਹੜਾ ਜਨਮ ਤੋਂ ਪੈਦਾ ਹੋਇਆ ਸੀ ਉਹਦੇ ਸਾਹਮਣੇ ਸਾਡਾ ਕੁੱਲ ਜੀਵਿਆ ਹੋਇਆ ਜੀਵਨ ਦਾ ਸੂਖਸ਼ਮ ਆਕਾਰ ਸਾਹਮਣੇ ਰੱਖ ਜਾਂਦਾ ਅਤੇ ਪਤਾ ਲੱਗ ਜਾਂਦਾ ਕਿ ਇਹਨੇ ਇਸ ਤਰ੍ਹਾਂ ਦੀ ਇੰਨੀ ਮੈਲ ਕਮਾਈ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਨਿਤਾਰਾ ਹੋ ਜਾਂਦਾ ਕਿ ਪਵਿੱਤਰਤਾ ਨੂੰ ਸੰਭਾਲ ਨਹੀਂ ਸਕਿਆ ਅਤੇ ਸਾਡਾ ਹਰੇਕ ਕਰਮ ਉੱਥੇ ਗਵਾਹੀ ਦੇ ਰੂਪ ਵਿੱਚ ਬੋਲਦਾ ਹੈ ਅਤੇ ਫਿਰ ਸਾਡੇ ਅਗਲੇ ਜੀਵਨ ਦਾ ਨਿਤਾਰਾ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀ ਦੇ ਵਿੱਚ ਕੀਤੇ ਹੋਏ ਅਮਲ ਹੀ ਸਾਡੇ ਜੀਵਨ ਦੀ ਸਫਲਤਾ ਦਾ ਜਿਹੜਾ ਹੈ ਬੰਨ ਨੂੰ ਬੰਨਣਗੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਅੰਦਰ ਸੁਚੇਤਤਾ ਪੈਦਾ ਹੋਵੇ। ਜੀਵਨ ਦੀ ਅਸਥਿਰਤਾ ਨੂੰ ਜਾਣਦਿਆਂ ਹੋਇਆਂ ਬੰਦਗੀ ਦੀ ਰਾਸ ਪੱਲੇ ਬੰਨ੍ਹ ਕੇ ਅਮਲਾਂ ਦੀ ਸ਼ੁਭਤਾ ਦੇ ਨਾਲ ਆਪਣੇ ਜੀਵਨ ਦੀ ਸਫਲਤਾ ਨੂੰ ਨਿਸ਼ਚਿਤ ਕਰਨ ਦਾ ਯਤਨ ਕਰੀਏ ਅਤੇ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆਂ ਦਾ ਭੇਦ ਪ੍ਰਗਟ ਕਰਕੇ ਸਮਝ ਕੇ ਅਮਲ 'ਚ ਧਾਰਨ ਕਰਕੇ ਗੁਰੂ ਕਿਰਪਾ ਤੇ ਪਾਤਰ ਬਣੀਏ। ਜੇ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।